ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਜੁੜ ਚੁੱਕੇ ਹੋ ਇਸ ਆਨਲਾਈਨ ਗੁਰਮਤਿ ਕਲਾਸ ਦੇ ਵਿੱਚ, ਜਿਸ ਵਿੱਚ ਆਪਾਂ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦੀ ਵਿਚਾਰ ਚਰਚਾ ਕਰ ਰਹੇ ਹਾਂ, ਜਿਸ ਦਾ ਟੀਕਾ ਭਾਈ ਮਨੀ ਸਿੰਘ ਜੀ ਨੇ ਕੀਤਾ ਹੈ, ਜਿਸ ਨੂੰ ਸਿੱਖਾਂ ਦੀ ਭਗਤ ਮਾਲਾ ਕਿਹਾ ਜਾਂਦਾ ਹੈ। ਉਹਦੇ ਬਾਰੇ ਆਪਾਂ ਪਿਛਲੇ ਦਿਨਾਂ ਤੋਂ ਵਿਚਾਰ ਜਿਹੜੀ ਉਹ ਆਰੰਭ ਕੀਤੀ ਹੈ, ਤੇ ਇਸ ਵਾਰ ਦੇ ਵਿੱਚ ਵਾਹਿਗੁਰੂ ਭਾਈ ਗੁਰਦਾਸ ਜੀ ਨੇ ਸਿੱਖਾਂ ਦਾ ਜ਼ਿਕਰ ਕੀਤਾ ਹੈ, ਤੇ ਫਿਰ ਉਹਨਾਂ ਸਿੱਖਾਂ ਦੇ ਬਾਰੇ ਭਾਈ ਮਨੀ ਸਿੰਘ ਜੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ। ਸੋ ਉਹਨਾਂ ਦੇ ਬਾਰੇ ਆਪਾਂ ਇਸ ਕਲਾਸ ਦੇ ਵਿੱਚ ਵਿਚਾਰ ਕਰਦੇ ਹਾਂ। 26 ਪੌੜੀਆਂ ਆਪਾਂ ਇਸ ਵਾਰ ਦੀਆਂ ਕਰ ਚੁੱਕੇ ਹਾਂ, ਤੇ ਕੁੱਲ 31 ਪੌੜੀਆਂ ਹਨ, ਤੇ 26 ਪੌੜੀਆਂ ਆਪਾਂ ਕਰ ਚੁੱਕੇ ਹਾਂ। ਅੱਜ ਆਪਾਂ 27ਵੀਂ ਪੌੜੀ ਆਰੰਭ ਕਰਨੀ ਹੈ। ਸੋ ਆਓ ਸਭ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਆਪਾਂ ਆਖਰੀ ਅਰਥ ਕਰਕੇ ਉਪਰੰਤ ਫਿਰ ਜਿਹੜਾ ਹੈ ਉਹ ਆਪਾਂ ਇਸੇ ਹੀ ਵਾਰ ਦੇ ਉਪਰੰਤ ਆਪਾਂ ਇਸੇ ਹੀ ਵਾਰ ਦੇ ਫਿਰ ਆਖਰੀ ਅਰਥ ਕਰਨ ਉਪਰੰਤ ਫਿਰ ਆਪਾਂ ਜਿਵੇਂ ਭਾਈ ਮਨੀ ਸਿੰਘ ਜੀ ਨੇ ਵਿਚਾਰ ਦਿੱਤੀ ਹੈ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ। ਸੋ ਆਪ ਜੀ ਦੀ ਸਕਰੀਨ ਉੱਤੇ ਇਸ ਵਾਰ ਦੀ 27ਵੀਂ ਪੌੜੀ ਹੈ, ਜਿਸ ਵਿੱਚ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਆ, ਦੱਸਦੇ ਆ ਆਗਰੇ ਦੀ ਸੰਗਤ ਦਾ ਪ੍ਰਸੰਗ। ਜੋ ਆਗਰੇ ਦੀ ਰਹਿਣ ਵਾਲੀ ਸੰਗਤ ਹੈ ਉਹਨਾਂ ਦੇ ਬਾਰੇ ਵਿਚਾਰ ਹੈ। ਭਾਈ ਸਾਹਿਬ ਕਹਿੰਦੇ ਆ, ਮਹਿਤਾ ਸਗਤੂ ਆਗਰੈ ਚੱਡਾ ਹੋਆ ਨਿਹਾਲ ਨਿਹਾਲਾ, ਗੜੀਆਲ ਮਥਰਾ ਦਾਸ ਹੈ ਸਭ ਪਰਵਾਰਾ ਲਾਲ ਗੁਲਾਲਾ, ਗੰਗਾ ਸਹਿਗਲ ਸੂਰਮਾ ਹਰਵੰਸ਼ ਤਪੇ ਟਹਿਲ ਧਰਮਸਾਲਾ, ਅਣਦ ਮੁਰਾਰੀ ਮਹਾਂਪੁਰਖ ਕਲਿਆਣਾ ਕੁਲ ਕਬਲ ਰਸਾਲਾ, ਨਾਨੋ ਲਟਕਣ ਬਿੰਦ ਰਾਓ ਸੇਵਾ ਸੰਗਤ ਪੂਰਨ ਘਾਲਾ, ਹਾਂਡਾ ਆਮਲ ਚੰਦ ਹੈ ਸਹਿ ਸਾਰਾ ਤਲਵਾੜ ਸੁਖਾਲਾ, ਜਗਨਾ ਨੰਦਾ ਸਾਧ ਹੈ ਭਾਨੂ ਸੋਹੜ ਹੰਸਾਂ ਦੀ ਢਾਲਾ, ਗੁਰ ਭਾਈ ਰਤਨਾ ਦੀ ਮਾਲਾ। ਸੋ ਇਸ ਵਾਰ ਦੇ ਵਿੱਚ ਜੋ ਭਾਈ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਜੋ ਸਿੱਖਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ, ਇਹ ਆਗਰੇ ਦੇ ਰਹਿਣ ਵਾਲੇ ਸਿੱਖ ਸੰਗਤ ਹੈ। ਆਗਰੇ ਦੀ ਸੰਗਤ ਦਾ ਇੱਥੇ ਹਾਲ ਦੱਸਿਆ ਹੈ। ਪਹਿਲੀ ਪੰਕਤੀ 'ਚ ਸਿੱਖ ਹਨ ਮਹਿਤਾ ਸਗਤੂ, ਇਹ ਆਗਰੇ ਦੇ ਵਾਸੀ। ਨਿਹਾਲਾ ਚੱਡਾ, ਇਹ ਨਿਹਾਲ ਹੋਏ ਹਨ। ਮਹਿਤਾ ਸਗਤੂ ਤੇ ਨਿਹਾਲਾ ਚੱਡਾ। ਫਿਰ ਗੜੀਅਲ ਸੰਗਿਅਕ ਮਥੁਰਾ ਦਾਸ, ਸਣੇ ਕੋੜਮੇ ਗੂੜੇ ਰੰਗ ਵਾਲਾ ਸੀ। ਇਹ ਜਿਹੜਾ ਗੜੀਅਲ ਮਥੁਰਾ ਦਾਸ ਹੈ, ਸਪਰਵਾਰਾ ਲਾਲ ਗੁਲਾਲਾ, ਭਾਵ ਅੰਦਰੋਂ ਪੂਰਾ ਪ੍ਰੇਮੀ ਸੀ, ਗੂੜੇ ਰੰਗ ਵਾਲਾ। ਗੂੜਾ ਪ੍ਰੇਮ ਇਹਨੂੰ ਗੁਰੂ ਦਾ ਲੱਗਾ ਸੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨਾਲ ਇੱਕ ਮਿੱਕ ਸੀ ਇਹ ਪਿਆਰਾ ਗੁਰਸਿੱਖ। ਇਹਨੇ ਗੁਰੂ ਸਾਹਿਬ ਦੀ ਸੰਗਤ ਕੀਤੀ ਹੈ। ਅਗਲੇ ਸਿੱਖ ਹਨ ਗੰਗਾ ਸਹਿਗਲ ਸਿਪਾਹੀ ਸਿੱਖ ਹੈ। ਗੰਗਾ ਸਹਿਗਲ ਸੂਰਮਾ ਹੰਸ ਤਪੇ ਟਹਿਲ ਧਰਮਸਾਲਾ, ਹਰਵੰਸ ਤਪੇ ਇਹਨੇ ਟਹਿਲ ਕੀਤੀ ਹੈ, ਧਰਮਸਾਲ ਬਣਾ ਕੇ ਸੇਵਾ ਕੀਤੀ ਹੈ। ਇਹ ਗੁਰਸਿੱਖ ਹਨ। ਫਿਰ ਅਣਦ ਮੁਰਾਰੀ ਮਹਾਂਪੁਰਖ ਹੈ। ਫਿਰ ਉਸ ਤੋਂ ਬਾਅਦ ਕਲਿਆਣਾ, ਇਹ ਦੋਵੇਂ ਆਪਣੇ ਪਰਿਵਾਰ ਸੁਧਾਰਿਆ ਹੈ ਇਹਨਾਂ ਨੇ। ਕਲਿਆਣਾ ਕੁਲ ਕਬਲ ਰਸਾਲਾ, ਆਪਣੇ ਕੁੱਲ ਦੇ ਤਾਰੂ ਹੋਏ ਹਨ, ਐਸੀ ਇਹਨਾਂ ਨੇ ਸੇਵ ਕਮਾਈ ਹੈ। ਫਿਰ ਨਾਨੋ ਲਟਕਣ ਸੰਗਿਅਕ ਨੇ, ਬਿੰਦ ਰਾਏ
ਆਗਰੇ ਵਿਖੇ ਸੰਗਤ ਦੀ ਪੂਰੀ ਸੇਵਾ ਕੀਤੀ ਹੈ ਬਿੰਦ ਰਾਏ ਨੇ। ਫਿਰ ਉਸ ਤੋਂ ਬਾਅਦ ਹਾਂਡਾ ਆਲਮ ਚੰਦ ਸਹਿਸਾਰਾ ਭਗਤ ਤਲਵਾੜਾ ਸੰਘੇ ਇੱਕ ਰਾਜਪੂਤ ਹੈ। ਇਹ ਸੁੱਖਾਂ ਦੇ ਘਰ ਹਨ, ਇਹਨਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੋਈ ਹੈ। ਫਿਰ ਉਸ ਤੋਂ ਬਾਅਦ ਜਗਨਾ ਤੇ ਨੰਦਾ ਦੋ ਸਾਧੂ ਸਿੱਖ ਹਨ, ਇਹਨਾਂ ਦੀ ਵੀ ਕਲਿਆਣ ਹੋਈ ਹੈ। ਜਗਨਾ ਨੰਦਾ, ਫਿਰ ਜਗਨਾ ਨੰਦਾ ਦੋ ਸਾਧੂ ਤੇ ਭਾਨੂ ਸੋਹੜ, ਇਹ ਤਿੰਨੇ ਹੰਸਾਂ ਦੀ ਤਰ੍ਹਾਂ ਹਨ। ਇਹਨਾਂ ਦਾ ਹੰਸਾਂ ਦੀ ਢਾਲਾ ਭਾਵ ਹੰਸਾਂ ਦਾ ਵਾਂਗੂ ਰਹਿਣ ਸਹਿਣ ਸੀ। ਗੁਰ ਭਾਈ ਰਤਨਾ ਦੀ ਮਾਲਾ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਆ ਕਿ ਇਹ ਜਿਹੜੀ ਸੰਗਤ ਹੈ ਇਹ ਇੰਝ ਹੈ ਜਿਵੇਂ ਰਤਨਾ ਦੀ ਮਾਲਾ ਹੋਵੇ, ਆਪਸ ਵਿੱਚ ਪਰੋਏ ਹੋਏ ਹਨ ਗੁਰੂ ਨਾਲ। ਇਹ ਸਾਰੇ ਆਪਸ ਵਿੱਚ ਭਾਈ ਹਨ, ਗੁਰ ਭਾਈ ਹਨ। ਜਿਵੇਂ ਮਾਲਾ ਹੋਵੇ ਰਤਨਾ ਦੀ, ਮੋਤੀਆਂ ਦੀ ਮਾਲਾ ਹੁੰਦੀ ਹੈ, ਜਿਹੜੇ ਮੋਤੀ ਆਪਸ ਵਿੱਚ ਜੁੜੇ ਹੁੰਦੇ ਆ, ਪਰ ਇਹ ਜਿਹੜੇ ਹਨ ਗੁਰਸਿੱਖ ਇਹ ਆਪਸ ਵਿੱਚ ਭਾਈ ਹਨ। ਤੇ ਜਿਵੇਂ ਰਤਨਾ ਦੀ ਮਾਲਾ ਹੁੰਦੀ ਹੈ ਉਸ ਤਰ੍ਹਾਂ ਇਹਨਾਂ ਦਾ ਜੀਵਨ ਹੈ, ਉਸ ਤਰ੍ਹਾਂ ਇਹਨਾਂ ਨੇ ਆਪਣਾ ਜੀਵਨ ਜਿਹੜਾ ਹੈ ਬਤੀਤ ਕੀਤਾ ਹੈ। ਭਾਵ ਸਦਾ ਹੀ ਇਹ ਆਪਣੇ ਗੁਰੂ ਦੇ ਅੰਗ ਸੰਗ ਰਹੇ ਆ, ਸਦੀਵੀ ਤੌਰ ਤੇ ਇਹ ਸਤਿਗੁਰਾਂ ਨਾਲ ਜੁੜੇ ਰਹੇ ਆ। ਇਹਨਾਂ ਨੇ ਆਪਣਾ ਜਿਹੜਾ ਕਲਿਆਣ ਸਤਿਗੁਰਾਂ ਪਾਸੋਂ ਕਰਵਾਇਆ ਹੈ। ਸਤਿਗੁਰਾਂ ਨੇ ਇਹਨਾਂ ਨੂੰ ਗੁਰਸਿੱਖੀ ਦੀ ਦਾਤ ਜਿਹੜੀ ਉਹ ਬਖਸ਼ਿਸ਼ ਕੀਤੀ ਹੈ। ਆਓ ਆਪਾਂ ਇਹਨਾਂ ਦਾ ਕੀ ਹਾਲ ਸੀ, ਕਿਵੇਂ ਸਤਿਗੁਰਾਂ ਦੇ ਕੋਲ ਆਉਂਦੇ ਆ, ਕੀ ਸਵਾਲ ਜਵਾਬ ਹੁੰਦੇ ਆ, ਕੀ ਸਤਿਗੁਰੂ ਉਪਦੇਸ਼ ਕਰਦੇ ਆ, ਉਹਦੇ ਬਾਰੇ ਆਪਾਂ ਵਿਚਾਰ ਜਿਹੜੀ ਹੈ ਹੁਣ ਇਸ ਕਲਾਸ ਦੇ ਵਿੱਚ ਕਰਨੀ ਹੈ। ਸੋ ਸਾਧ ਸੰਗਤ, ਸਭ ਤੋਂ ਪਹਿਲਾਂ ਮਹਿਲਾ ਸਕਤੂ ਤੇ ਨਿਹਾਲੂ, ਇਹ ਦੋਵੇਂ ਚੱਡੇ ਹਨ, ਆਗਰੇ ਦੇ ਰਹਿਣ ਵਾਲੇ, ਤੇ ਗੁਰੂ ਅਰਜਨ ਸਾਹਿਬ ਦੀ ਸ਼ਰਨ 'ਚ ਆਏ ਆ ਤੇ ਅਰਦਾਸ ਕੀਤੀ ਹੈ ਇਹਨਾਂ ਨੇ, ਮਹਾਰਾਜ ਜਿਹੜੇ ਕਰਮਕਾਂਡੀ ਆ, ਜਿਹੜੇ ਨਿੱਤ ਕਰਮ ਕਰਦੇ ਆ, ਕਰਮਕਾਂਡ ਕਰਦੇ ਮਹਾਰਾਜ, ਉਹ ਗੱਲ ਕਹਿੰਦੇ ਆ ਕਿ ਕਰਮ ਕਾਂਡ ਕੀਤੇ ਬਗੈਰ ਤੁਹਾਡਾ ਕਲਿਆਣ ਨਹੀਂ। ਤੁਹਾਨੂੰ ਪਿੰਡ ਪਤਲ ਕਿਰਿਆ ਗਾਇਤਰੀ ਸਰਾਧ ਖਿਆ ਇਹ ਸਾਰਾ ਕੁਝ ਕਰਨਾ ਪਵੇਗਾ। ਤੇ ਉਹ ਕਹਿੰਦੇ ਜੇ ਤੁਸੀਂ ਨਾ ਕੀਤੇ ਤੁਹਾਡਾ ਕਲਿਆਣ ਨਹੀਂ ਹੋਣਾ। ਤੇ ਮਹਾਰਾਜ ਜਿਹੜੇ ਹੈਗੇ ਆ ਗਿਆਨਵਾਨ ਪੁਰਸ਼, ਉਹ ਕਹਿੰਦੇ ਬਿਨਾਂ ਗਿਆਨ ਲਈ ਤੋਂ ਤੁਹਾਡਾ ਕਲਿਆਣ ਨਹੀਂ ਹੋਣਾ। ਤੇ ਸਤਿਗੁਰੂ ਸਾਨੂੰ ਇਹ ਬਖਸ਼ਿਸ਼ ਕਰੋ ਕਿ ਅਸੀਂ ਕੀ ਕਰੀਏ, ਕਰਮ ਕਰੀਏ ਕਿ ਗਿਆਨ ਲਈਏ, ਗਿਆਨੀ ਬਣੀਏ ਕਿ ਜਾਂ ਕਰਮਾਂ ਦੀ ਗੱਲ ਜਿਹੜੀ ਆ ਉਹ ਵਾਚੀਏ, ਕਰਮਾਂ ਨੂੰ ਤਰਜੀਹ ਦਈਏ ਜਾਂ ਗਿਆਨ ਨੂੰ ਤਰਜੀਹ ਦਈਏ। ਤੇ ਸਤਿਗੁਰਾਂ ਨੇ ਬੜਾ ਸੁੰਦਰ ਜਵਾਬ ਦਿੱਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਬਚਨ ਹੋਇਆ ਸਤਿਗੁਰਾਂ ਦਾ, ਮਹਾਰਾਜ ਕਹਿੰਦੇ ਭਾਈ ਜਿਹੜਾ ਦੋ ਭਾਸ਼ੀਆਂ ਹੁੰਦਾ ਨਾ, ਜੇ ਦੋ ਭਾਸ਼ਾਵਾਂ ਜਿਹਨੇ ਸਿੱਖੀਆਂ ਹੋਣ ਤੇ ਉਹ ਜਹਾਜ਼ ਤੇ ਚੜ੍ਹ ਕੇ ਤੇ ਸੌਦਾ ਕਰਾ ਦਿੰਦਾ ਹੈ। ਜਿਵੇਂ ਕੋਈ ਜਹਾਜ਼ ਜਾਵੇ ਸੌਦਾਗਰਾਂ ਦਾ, ਉਹਨਾਂ ਨੇ ਸੌਦਾ ਲੱਦਿਆ ਹੋਵੇ ਜਹਾਜ਼ ਦੇ ਵਿੱਚ, ਤੇ ਉਹ ਅੱਗੇ ਕਿਸੇ ਦੇਸ਼ 'ਚ ਜਾਣ, ਭਾਵ ਕਿਸੇ ਹੋਰ ਦੇਸ਼ 'ਚ ਜਾ ਕੇ ਆਪਣਾ ਸੌਦਾ ਵੇਚਣ, ਤੇ ਉੱਥੋਂ ਦੀ ਭਾਸ਼ਾ ਉਹਨਾਂ ਨੂੰ ਨਹੀਂ ਆਉਂਦੀ ਹੁੰਦੀ, ਤੇ ਉਹ ਫਿਰ ਦੋ ਭਾਸ਼ੀਆਂ ਨਾਲ ਰੱਖਦੇ, ਇੱਕ ਜਿਹਨੂੰ ਦੋਵੇਂ ਭਾਸ਼ਾਵਾਂ ਆਉਂਦੀਆਂ ਹੁਣ, ਇੱਧਰ ਦੀਆਂ ਵੀ ਜਿਹਨੇ ਸੌਦਾ ਵੇਚਣਾ ਹੈ ਤੇ ਜਿਹਨੇ ਸੌਦਾ ਲੈਣਾ ਉਹਨੂੰ ਵੀ ਉਹਨਾਂ ਦੀ ਭਾਸ਼ਾ ਵੀ ਆਉਂਦੀ ਹੋਵੇ, ਦੋਵੇਂ ਭਾਸ਼ਾਵਾਂ ਦਾ ਗਿਆਨ ਹੋਵੇ। ਤੇ ਮਹਾਰਾਜ ਕਹਿੰਦੇ ਇਵੇਂ ਇਹ ਜਦੋਂ ਦੋਵੇਂ ਤਰ੍ਹਾਂ ਦੀਆਂ ਭਾਸ਼ਾਵਾਂ ਜਿਹੜਾ ਜਾਣਦਾ ਹੁੰਦਾ, ਦੋ ਭਾਸ਼ੀਆ, ਉਹ ਆਪਸ ਵਿੱਚ ਸੌਦਾ ਕਰਵਾ ਦਿੰਦਾ ਹੈ। ਜਿਹੜਾ ਵੇਚਣ ਵਾਲਾ ਹੁੰਦਾ ਉਹ ਸੌਦਾ ਵੇਚ ਦਿੰਦਾ, ਪੈਸੇ ਲੈ ਲੈਂਦਾ, ਤੇ ਜਿਹਨੇ ਸੌਦਾ ਦੇਣਾ ਹੁੰਦਾ, ਜਿਹਨੇ ਲੈਣਾ ਹੁੰਦਾ, ਸੌਦਾ ਲੈ ਕੇ ਆਪਣੇ ਘਰ ਚਲਾ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ ਕਿ ਭਾਈ ਇਹ ਜੋ ਨਾਮ ਹੈ ਨਾ ਪਰਮੇਸ਼ਵਰ ਦਾ, ਅਕਾਲ ਪੁਰਖ ਦਾ, ਇਹ ਪਰਮੇਸ਼ਵਰ ਦਾ ਨਾਮ ਦੋ ਭਾਸ਼ੀਆ ਹੈ। ਇਹ ਕਰਮ ਵਾਲਿਆਂ ਨੂੰ ਜਿਹੜਾ ਨੇਕਰਮੀ ਬਣਾ ਦਿੰਦਾ ਹੈ, ਜਿਹੜੇ ਨਾਮ ਜਪਦੇ ਆ ਉਹਨਾਂ ਨੂੰ ਵਿਸ਼ੇਸ਼ ਕਰਮ ਕਰਨ ਦੀ ਲੋੜ ਨਹੀਂ ਪੈਂਦੀ, ਕਿਸੇ ਤਰ੍ਹਾਂ ਦੀ ਗਾਇਤਰੀ, ਕਿਸੇ ਤਰ੍ਹਾਂ ਦੇ ਖਿਆ ਸਰਾਧ ਕੁਛ ਨਹੀਂ ਕਰਨ ਦੀ ਲੋੜ ਪੈਂਦੀ। ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਆ ਉਹਨਾਂ ਦੀ ਗਤੀ ਹੋ ਜਾਂਦੀ, ਉਹ ਵੀ ਨੇਕਰਮੀ ਹੋ ਜਾਂਦੇ ਆ। ਤੇ ਜਿਹੜੇ ਗਿਆਨ ਦੀ ਗੱਲ ਕਰਦੇ ਆ, ਤੇ ਇਹ ਜਿਹੜਾ ਪਰਮੇਸ਼ਵਰ ਦਾ ਨਾਮ ਹੈ ਇਹ ਮਨੁੱਖ ਨੂੰ ਗਿਆਨ ਅਗਿਆਨ ਤੋਂ ਗਿਆਨ ਵੱਲ ਲੈ ਜਾਂਦਾ, ਮਨੁੱਖ ਦੇ ਹਿਰਦੇ 'ਚੋਂ ਅਗਿਆਨਤਾ ਨੂੰ ਕੱਟ ਦਿੰਦਾ
ਤੇ ਸ਼ੁੱਧ ਗਿਆਨ ਪਰਮੇਸ਼ਰ ਦਾ ਉਹਦੇ ਅੰਦਰ ਦ੍ਰਿੜ ਕਰਵਾ ਦਿੰਦਾ ਹੈ। ਭਾਵ ਦੋਵੇਂ ਤਰ੍ਹਾਂ ਦਾ ਫਾਇਦਾ ਜਿਹੜਾ ਹੈ ਉਹ ਸਿੱਖ ਨੂੰ ਹੁੰਦਾ ਹੈ ਜਿਹੜਾ ਨਾਮ ਜਪਦਾ। ਗਿਆਨ ਵੀ ਪ੍ਰਾਪਤ ਹੋ ਜਾਂਦਾ ਹੈ ਸਿੱਖ ਨੂੰ, ਤੇ ਨਾਲ ਹੀ ਸਿੱਖ ਨੂੰ ਜਿਹੜੇ ਕਰਮ ਹੁੰਦੇ ਆ ਉਹਨਾਂ ਦਾ ਫਲ ਵੀ ਮਿਲ ਜਾਂਦਾ ਹੈ, ਨੇਕ ਕਰਮੀ ਹੋ ਜਾਂਦਾ ਹੈ ਸਿੱਖ। ਸਤਿਗੁਰੂ ਕਹਿੰਦੇ ਭਾਈ ਸਿੱਖੋ, ਇਸ ਕਰਕੇ ਨਾਮ ਜਪੋਗੇ ਤੇ ਤੁਹਾਡਾ ਕਲਿਆਣ ਹੋਵੇਗਾ। ਕਿਸੇ ਤਰ੍ਹਾਂ ਦੇ ਕੋਈ ਹੋਰ ਕਰਮ ਕਰਨ ਦੀ ਜ਼ਰੂਰਤ ਨਹੀਂ ਹੈ, ਲੋੜ ਹੀ ਨਹੀਂ ਹੈ ਹੋਰ ਕਰਮ ਕਰਨ ਦੀ, ਤੁਸੀਂ ਨਾਮ ਜਪੋ। ਇਸ ਤਰ੍ਹਾਂ ਇਹਨਾਂ ਦੋਵਾਂ ਸਿੱਖਾਂ ਦਾ ਕਲਿਆਣ ਹੋਇਆ ਹੈ। ਅਗਲੇ ਸਿੱਖ ਹਨ ਭਾਈ ਗੜੀਅਲ ਤੇ ਮਥੁਰਾ ਦਾਸ। ਇਹ ਹਜ਼ੂਰ ਦੇ ਕੋਲ ਆਏ ਆ ਵਾਹਿਗੁਰੂ। ਇਹ ਦੋਵੇਂ ਸਿੱਖ ਜਿਹੜੇ ਸਨ ਆਗਰੇ ਦੇ ਰਹਿਣ ਵਾਲੇ, ਤੇ ਇਹ ਬਾਹਰ ਵਪਾਰੀ ਸਿੱਖ ਸਨ, ਵਪਾਰ ਕਰਨ ਜਾਂਦੇ ਸਨ ਦੂਸਰੇ ਥਾਂ। ਤੇ ਜਦੋਂ ਇਹਨਾਂ ਨੇ ਵਪਾਰ ਕਰਕੇ ਆਉਣਾ ਆਪਣੇ ਘਰ, ਤੇ ਇਹਨਾਂ ਦੀ ਟਹਿਲ ਸੇਵਾ ਇਹਨਾਂ ਦੇ ਪੁੱਤਰਾਂ ਧੀਆਂ ਨੇ ਬੜੀ ਕਰਨੀ। ਇਹਨਾਂ ਦੀ ਇਸਤਰੀ ਨੇ ਟਹਿਲ ਕਰਨੀ, ਪੁੱਤਰਾਂ ਧੀਆਂ ਨੇ ਟਹਿਲ ਕਰਨੀ, ਪ੍ਰਸ਼ਾਦਾ ਪਾਣੀ ਛਕਾਉਣਾ। ਇਹਨਾਂ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਭਾਈ ਜਦੋਂ ਅਸੀਂ ਚਲੇ ਜਾਂਦੇ ਹਾਂ ਵਪਾਰ ਕਰਨ ਵਾਸਤੇ, ਕੰਮਕਾਰ ਤੇ ਚਲੇ ਜਾਂਦੇ ਹਾਂ, ਤੇ ਸਾਡੇ ਪਿੱਛੋਂ ਕੋਈ ਵੀ ਸਿੱਖ ਆਵੇ, ਜਿਵੇਂ ਤੁਸੀਂ ਸਾਡੀ ਟਹਿਲ ਸੇਵਾ ਕਰਦੇ ਹੋ ਉਵੇਂ ਹੀ ਉਹਨਾਂ ਦੀ ਟਹਿਲ ਸੇਵਾ ਕਰਿਆ ਕਰਨੀ। ਇਹਨਾਂ ਨੇ ਆਪਣੇ ਧੀਆਂ ਪੁੱਤਰਾਂ ਨੂੰ, ਆਪਣੇ ਪਰਿਵਾਰ ਨੂੰ ਸਮਝਾ ਦਿੱਤਾ ਕਿ ਜਦੋਂ ਅਸੀਂ ਬਾਹਰ ਜਾਵਾਂਗੇ, ਸਾਡੇ ਮਗਰੋਂ ਕੋਈ ਸਿੱਖ ਆਵੇ, ਉਹਦੀ ਟਹਿਲ ਸੇਵਾ ਵੀ ਉਵੇਂ ਹੀ ਕਰਨੀ ਹੈ ਜਿਵੇਂ ਤੁਸੀਂ ਸਾਡੀ ਕਰਦੇ ਹੋ। ਇਸੇ ਤਰ੍ਹਾਂ ਇਹਨਾਂ ਦੇ ਪਰਿਵਾਰ ਨੇ ਵੀ ਸਿੱਖਾਂ ਦੀ ਟਹਿਲ ਸੇਵਾ ਕੀਤੀ ਹੈ। ਤੇ ਇੱਦਾਂ ਹੀ ਸਤਿਗੁਰੂ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ 'ਚ ਇਹਨਾਂ ਸਿੱਖਾਂ ਦੀ ਗੱਲ ਚੱਲੀ ਹੈ ਕਿ ਮਹਾਰਾਜ ਇਹ ਜਿਹੜੇ ਸਿੱਖ ਹਨ ਆਗਰੇ ਦੇ ਰਹਿਣ ਵਾਲੇ, ਜਿਹੜੇ ਸਿੱਖ ਆ ਤੁਹਾਡੇ ਪਿਆਰੇ ਭਾਈ ਗੜੀਅਲ ਤੇ ਭਾਈ ਮਥੁਰਾ ਦਾਸ, ਇਹ ਦੋਵੇਂ ਬੜੇ ਚੰਗੇ ਸਿੱਖ ਆ। ਮਹਾਰਾਜ ਕਹਿੰਦੇ ਹਾਲ ਦੱਸੋ ਕੀ ਹੈ ਉਹਨਾਂ ਸਿੱਖਾਂ ਦਾ, ਕੀ ਕਰਦੇ ਆ, ਕੀ ਉਹਨਾਂ ਦਾ ਕਾਰ ਵਿਹਾਰ ਹੈ। ਤੇ ਉਸ ਸਮੇਂ ਫਿਰ ਸਿੱਖਾਂ ਨੇ ਦੱਸਿਆ ਕਿ ਮਹਾਰਾਜ ਉਹ ਨਾ ਆਪਣੇ ਪਰਿਵਾਰ ਨੂੰ ਵੀ ਉਹਨਾਂ ਨੇ ਇਹ ਗੱਲ ਸਮਝਾਈ ਹੈ ਕਿ ਜਿਹੜਾ ਗੁਰਸਿੱਖ ਆਵੇ ਉਹਦੀ ਟਹਿਲ ਕਰਨੀ ਹੈ। ਤੇ ਮਹਾਰਾਜ ਅਸੀਂ ਜਦੋਂ ਵੀ ਉੱਧਰ ਦੀ ਲੰਘਦੇ ਹਾਂ, ਜਦੋਂ ਉਹਨਾਂ ਦੇ ਪਰਿਵਾਰ ਕੋਲ ਜਾਂਦੇ ਹਾਂ, ਪਰਿਵਾਰ ਬੜੀ ਸਾਡੀ ਟਹਿਲ ਸੇਵਾ ਕਰਦਾ ਹੈ, ਸਾਨੂੰ ਬੜਾ ਉਹ ਜਲ ਪਾਣੀ ਛਕਾਉਂਦੇ ਆ, ਬਹੁਤ ਸਾਡੀ ਟਹਿਲ ਸੇਵਾ ਕਰਦੇ। ਤੇ ਸਮਾਂ ਪਿਆ ਜਦੋਂ ਇਹ ਅੰਮ੍ਰਿਤਸਰ ਦੀ ਧਰਤੀ ਤੇ ਆਏ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ, ਤੇ ਸਤਿਗੁਰਾਂ ਨੇ ਦੋਵਾਂ ਨੂੰ ਗਲੇ ਦੇ ਨਾਲ ਲਾਇਆ। ਤੇ ਮਹਾਰਾਜ ਕਹਿੰਦੇ ਭਾਈ ਅਸੀਂ ਨਿਹਾਲ ਹੋਏ, ਤੁਹਾਡੀ ਸਿੱਖੀ ਕਬੂਲ ਹੋਈ, ਤੁਹਾਡੇ ਪਰਿਵਾਰ ਦਾ ਵੀ ਭਲਾ ਹੋਇਆ ਤੇ ਤੁਹਾਡਾ ਵੀ ਭਲਾ ਹੋਇਆ। ਇਸ ਤਰ੍ਹਾਂ ਇਹਨਾਂ ਦੋਵਾਂ ਸਿੱਖਾਂ ਦਾ ਜਿਹੜਾ ਕਲਿਆਣ ਹੋਈ ਹੈ। ਉਸ ਤੋਂ ਅਗਲੇ ਸਿੱਖ ਹਨ ਭਾਈ ਗੰਗਾ ਸਹਿਗਲ, ਸੂਰਮਾ ਹੈ ਸਿੱਖ, ਤੇ ਇਹ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ 'ਚ ਆਇਆ ਹੈ। ਤੇ ਸਤਿਗੁਰਾਂ ਨੇ ਬਚਨ ਕੀਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ ਕਿ ਭਾਈ ਤੁਸੀਂ ਮਲੇਸ਼ੀਆ ਦੀ ਚਾਕਰੀ ਕਰਦੇ ਹੋ, ਕਿਉਂਕਿ ਮੁਸਲਮਾਨਾਂ ਦਾ ਰਾਜ ਸੀ, ਉਹਨਾਂ ਦੇ ਤੁਸੀਂ ਜਿਹੜਾ ਹੈ ਉਹਨਾਂ ਦੀ ਚਾਕਰੀ ਕਰਦੇ ਹੋ, ਉਹਨਾਂ ਵਾਸਤੇ ਲੜਦੇ ਹੋ। ਤੇ ਮੈਂ ਤੁਹਾਨੂੰ ਇੱਕ ਕਾਰਜ ਦਿੰਦਾ, ਤੁਸੀਂ ਜੇ ਉਹਨਾਂ ਦੀ ਨੌਕਰੀ ਛੱਡ ਦੇਵੋ। ਸਤਿਗੁਰੂ ਦੱਸੋ ਕੀ ਹੁਕਮ ਹੈ ਤੁਹਾਡਾ। ਤੇ ਮਹਾਰਾਜ ਨੇ ਕਿਹਾ ਕਿ ਤੁਸੀਂ ਹਰਗੋਬਿੰਦ ਸਾਹਿਬ ਦੇ ਪਾਸ ਰਹੋ, ਸਾਡੇ ਪੁੱਤਰ ਹਰਗੋਬਿੰਦ ਦੇ ਪਾਸ ਰਹੋ, ਉਹਨਾਂ ਦੀ ਪ੍ਰਤਪਾਲਣਾ ਕਰੋ, ਉਹਨਾਂ ਦੀ ਰੱਖਿਆ ਕਰੋ, ਉਹਨਾਂ ਦੇ ਨਾਲ ਸ਼ਸਤਰ ਧਾਰ ਕਰਕੇ ਰਹਿਣਾ, ਤੇ ਤੁਹਾਨੂੰ ਨਾਮ ਤੇ ਗਿਆਨ ਦੋਵੇਂ ਪ੍ਰਾਪਤ ਹੋਣਗੇ। ਜੇ ਤੁਸੀਂ ਮਲੇਸ਼ੀਆ ਦੀ ਨੌਕਰੀ ਛੱਡ ਕੇ ਗੁਰੂ ਹਰਗੋਬਿੰਦ ਸਾਹਿਬ ਨਾਲ, ਸਾਡੇ ਪੁੱਤਰ ਗੋਬਿੰਦ ਹਰਗੋਬਿੰਦ ਦੇ ਨਾਲ ਰਹੋਗੇ, ਤੁਹਾਨੂੰ ਗਿਆਨ ਵੀ ਪ੍ਰਾਪਤ ਹੋਵੇਗਾ, ਤੁਹਾਡੀ ਕਲਿਆਣ ਵੀ ਹੋਵੇਗੀ, ਨਾਮ ਵੀ ਪ੍ਰਾਪਤ ਹੋਵੇਗਾ, ਤੇ ਤੁਹਾਡਾ ਇਸ ਦੁਨੀਆ ਦੇ ਵਿੱਚ ਵੀ ਮੁੱਖ ਉਜਲਾ ਹੋਵੇਗਾ, ਇੱਥੋਂ ਦੇ ਕਾਰਜ ਵੀ ਤੁਹਾਡੇ ਸੰਪੂਰਨ ਹੋਣਗੇ। ਤੇ ਫਿਰ ਜਦੋਂ ਤੁਸੀਂ ਸੰਸਾਰ ਛੱਡ ਕੇ ਜਾਓਗੇ ਤੇ ਉਸ ਪਰਮੇਸ਼ਰ ਦੀ ਦਰਗਾਹ 'ਚ ਤੁਹਾਡਾ ਮੁੱਖ ਉਜਲਾ ਹੋਵੇਗਾ। ਫਿਰ ਇਹ ਜਿਹੜਾ ਸਿੱਖ ਸੀ ਭਾਈ ਗੰਗਾ ਸਹਿਗਲ, ਇਹ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਰਿਹਾ। ਇਹਨੇ ਮਲੇਸ਼ੀਆ ਦੀ ਚਾਕਰੀ ਛੱਡ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਰਹੇ। ਫਿਰ ਉਸ ਤੋਂ ਬਾਅਦ ਇਹਨਾਂ ਨੇ ਯੁੱਧ ਜਿਹੜੇ ਸਨ ਗੁਰੂ ਸਾਹਿਬ ਨੇ ਕੀਤੇ, ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਯੁੱਧਾਂ ਦੇ ਵਿੱਚ ਇਹ ਸਿੱਖ ਨੇ ਸਾਥ ਦਿੱਤਾ, ਤੇ ਇਸ ਪ੍ਰਕਾਰ ਇਹ ਜਿਹੜਾ ਸਿੱਖ ਸੀ ਇਹਦਾ ਕਲਿਆਣ ਹੋਇਆ। ਅਗਲੀ ਸਾਖੀ ਹੈ ਹਰਵੰਸ ਤਪਾ। ਧਰਮਸਾਲ ਦੀ ਟਹਿਲ ਕਰਦਾ ਸੀ, ਭਾਵ ਧਰਮਸਾਲ ਚਲਾਉਂਦਾ ਸੀ ਇਹ, ਜਿੱਥੇ ਸਿੱਖਾਂ ਨੂੰ ਉਪਦੇਸ਼ ਦ੍ਰਿੜ ਕਰਵਾਇਆ ਜਾਂਦਾ ਸੀ। ਉੱਥੇ ਬੈਠ ਕੇ ਇਹ ਧਰਮਸਾਲ ਚਲਾਉਂਦਾ ਸੀ ਸਿੱਖ। ਜੇ ਕੋਈ ਆਉਂਦਾ ਸਿੱਖ ਥੱਕਿਆ ਟੁੱਟਿਆ ਦੇ ਕੋਲ, ਤੇ ਉਹਨੂੰ ਪਾਣੀ ਗਰਮ ਕਰਕੇ ਦਿੰਦਾ, ਪਾਣੀ ਗਰਮ ਕਰਕੇ ਦੇਣਾ। ਫਿਰ ਇਹਨੇ ਜਿਹੜਾ ਹੈ ਸਿੱਖਾਂ ਦੀ ਟਹਿਲ ਕਰਨੀ, ਮੁੱਠੀ ਚਾਪੀ ਭਾਵ
सिख दे जिहड़े चरण घुटने, जिहड़ा भी सिख इन्हां दे कोल आउंदा, इस प्रकार इन्हां ने बड़ी टहल सेवा करनी। ते जिहड़ा भी सिख आउंदा रज के सेवा करनी, दिलों सेवा करनी उस सिख दी, बड़े प्यार दे नाल, बड़ी भावना दे नाल सेवा करनी। ते रात नूं उहनूं चादर वगैरह भी देनी सौण वास्ते, अमृत वेले गर्म पानी करके देना इशनान करन वास्ते, फिर गुरबाणी पढ़नी। ਤੇ ਫਿਰ ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਸੀ, ਵਾਰਾਂ ਸਨ, ਉਸ ਸਮੇਂ ਰਚ ਦਿੱਤੀਆਂ ਸੀ ਭਾਈ ਗੁਰਦਾਸ ਨੇ ਕਬਿੱਤ ਤੇ ਵਾਰਾਂ, ਤੇ ਇਹਨਾਂ ਨੇ ਫਿਰ ਉਹ ਵਾਰਾਂ ਤੇ ਕਬਿੱਤ ਵੀ ਪੜ੍ਹਿਆ ਕਰਨੇ। ਤੇ ਫਿਰ ਇੱਕ ਦਿਨ ਸਿੱਖਾਂ ਨੇ ਕਿਹਾ, ਇਹਦੇ ਕੋਲ ਸਿੱਖ ਆਉਂਦੇ ਜਾਂਦੇ ਸਨ, ਸਿੱਖਾਂ ਨੇ ਕਿਹਾ ਕਿ ਮਹਾਰਾਜ ਨੇ ਭਾਈ ਬਚਨ ਕੀਤਾ ਹੈ ਕਿ ਸਿਰਫ ਗੁਰਬਾਣੀ ਪੜ੍ਹਨੀ, ਗੁਰੂ ਗ੍ਰੰਥ ਸਾਹਿਬ ਦੀ, ਹੋਰ ਕੋਈ ਬਾਣੀ ਨਹੀਂ ਪੜ੍ਹਨੀ, ਤੇ ਤੁਸੀਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੀ ਜਾਂਦੇ ਹੋ। ਤੇ ਇਹਨੇ ਫਿਰ ਮਨ ਵਿੱਚ ਸ਼ੰਕਾ ਆ ਗਈ ਕਿ ਮੈਂ ਪੜ੍ਹਾਂ ਕਿ ਨਾ ਪੜ੍ਹਾਂ। ਫਿਰ ਇਹ ਸਤਿਗੁਰਾਂ ਦੇ ਕੋਲ ਹਾਜ਼ਰ ਹੋਇਆ ਕਿ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ, ਸਿੱਖ ਕਹਿੰਦੇ ਆ ਕਿ ਬਾਣੀ ਗ੍ਰੰਥ ਵਾਲੀ ਪੜ੍ਹਨੀ ਹੈ, ਜਿਹੜਾ ਤੁਸੀਂ ਗ੍ਰੰਥ ਰਚਿਆ ਹੈ ਗੁਰੂ ਗ੍ਰੰਥ ਸਾਹਿਬ, ਉਸ ਪੋਥੀ ਸਾਹਿਬ ਦੀ ਬਾਣੀ ਪੜ੍ਹਨੀ ਹੈ, ਆਪ ਜੀ ਦੀ ਬਾਣੀ ਪੜ੍ਹਨੀ ਹੈ। ਮੈਂ ਤੇ ਭਾਈ ਗੁਰਦਾਸ ਜੀ ਦੀ ਬਾਣੀ ਵੀ ਪੜ੍ਹਦਾ। ਮਹਾਰਾਜ ਇਹ ਮੈਂ ਕੋਈ ਮਾੜਾ ਕਾਰਜ ਤਾਂ ਨਹੀਂ ਕਰਦਾ ਪਿਆ, ਮੈਨੂੰ ਪੜ੍ਹਨੀ ਚਾਹੀਦੀ ਹੈ ਕਿ ਨਹੀਂ ਪੜ੍ਹਨੀ ਚਾਹੀਦੀ। ਫਿਰ ਸਤਿਗੁਰਾਂ ਨੇ ਬਚਨ ਕੀਤਾ ਹੈ ਕਿ ਭਾਈ ਜਿਹੜੇ ਅਗਿਆਨੀ ਨੇ ਸ਼ਰੀਕਾ ਕਰਕੇ ਬਾਣੀ ਉਚਾਰਨ ਕਰਦੇ ਆ ਗੁਰੂ ਦੇ ਨਾਲ, ਜਿਵੇਂ ਪ੍ਰਿਥੀ ਚੰਦ ਹੋ ਗਿਆ, ਮਹਾਦੇਵ ਉਸ ਸਮੇਂ ਸੀ, ਵਾਹਿਗੁਰੂ ਮਿਹਰਬਾਨ ਸੀ ਇਹਦਾ ਪੁੱਤਰ। ਸਤਿਗੁਰੂ ਕਹਿੰਦੇ ਇਹਨਾਂ ਨੇ ਸ਼ਰੀਕਾ ਕਰਕੇ ਜਾਣ ਬੁੱਝ ਕੇ ਬਾਣੀ ਉਚਾਰੀ ਹੈ। ਇਹਨਾਂ ਦੀ ਬਾਣੀ ਜਿਹੜੀ ਹੈ ਉਹਦੇ ਨਾਲ ਕਲਿਆਣ ਨਹੀਂ ਹੁੰਦਾ, ਉਹ ਸ਼ਬਦ ਦੀ ਛਾਇਆ ਨਹੀਂ ਉਹਨਾਂ ਨੇ ਲੀਤੀ। ਜੇ ਸ਼ਬਦ ਦੀ ਛਾਇਆ ਲੀਤੀ ਹੁੰਦੀ ਤੇ ਉਹਨਾਂ ਦੀ ਗੁਰਬਾਣੀ ਵੀ ਪ੍ਰਵਾਨ ਹੁੰਦੀ, ਪਰ ਉਹਨਾਂ ਨੇ ਸ਼ਬਦ ਦੀ ਛਾਇਆ ਨਹੀਂ ਲਈ, ਭਾਵ ਸ਼ਬਦ ਦੇ ਅਧੀਨ ਰਹਿ ਕੇ ਬਾਣੀ ਨਹੀਂ ਉਹਨਾਂ ਨੇ ਉਚਾਰੀ। ਇਸ ਕਰਕੇ ਉਹਨਾਂ ਦੀ ਬਾਣੀ ਪੜ੍ਹਦੀ ਅਸੀਂ ਵਰਜਿਆ ਹੈ। ਤੇ ਪਰ ਭਾਈ ਗੁਰਦਾਸ ਜੀ ਨੇ ਜਿਹੜੀ ਬਾਣੀ ਲਿਖੀ ਹੈ, ਇਹ ਤੇ ਗੁਰਬਾਣੀ ਦਾ ਟੀਕਾ ਹੈ, ਇਹਦੇ ਸ਼ਬਦ ਦਾ ਟੀਕਾ ਕੀਤਾ ਹੈ ਭਾਈ ਗੁਰਦਾਸ ਜੀ ਨੇ। ਇਸ ਕਰਕੇ ਸਿੱਖੋ, ਤੁਸੀਂ ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਹੈ ਉਹਨੂੰ ਪੜ੍ਹ ਸਕਦੇ ਹੋ, ਹਿਰਦਾ ਲਾ ਕੇ ਪੜ੍ਹਨਾ ਹੈ ਭਾਈ ਗੁਰਦਾਸ ਜੀ ਦੀ ਬਾਣੀ ਨੂੰ। ਕਿਉਂ? ਕਿਉਂਕਿ ਭਾਈ ਗੁਰਦਾਸ ਜੀ ਨੇ ਜਿਹੜੀ ਬਾਣੀ ਰਚੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੈ। ਜੋ ਭਾਈ ਗੁਰਦਾਸ ਜੀ ਨੇ ਰਚਿਆ ਹੈ ਉਹਦੇ ਵਿੱਚ ਵੀ ਉਹਨਾਂ ਨੇ ਸਿੱਖੀ ਦ੍ਰਿੜ ਕਰਵਾਈ ਹੈ, ਕਿਉਂਕਿ ਭਾਈ ਗੁਰਦਾਸ ਜੀ ਨੇ ਸ਼ਬਦ ਦਾ ਓਟ ਆਸਰਾ ਲੈ ਕਰਕੇ ਫਿਰ ਜਿਹੜੀ ਇਹ ਬਾਣੀ ਹੈ ਇਹਨੂੰ ਰਚਿਆ ਹੈ। ਉਹਨਾਂ ਨੇ ਦੂਸਰਿਆਂ ਦੀ ਤਰ੍ਹਾਂ ਸਿਰਫ ਆਪਣੀ ਵਿਦਵਤਾ ਨਹੀਂ ਘੋਟੀ, ਸਗੋਂ ਗੁਰਮਤਿ ਨੂੰ ਦ੍ਰਿੜ ਕਰਵਾਇਆ ਹੈ ਆਪਣੀ ਬਾਣੀ 'ਚ। ਸੋ ਸਿੱਖੋ, ਜੇ ਤੁਸੀਂ ਆਪਣਾ ਕਲਿਆਣ ਚਾਹੁੰਦੇ ਹੋ ਤੇ ਭਾਈ ਗੁਰਦਾਸ ਜੀ ਦੀ ਬਾਣੀ ਵੀ ਪੜ੍ਹ ਸਕਦੇ ਹੋ, ਕਿਉਂਕਿ ਤੁਹਾਨੂੰ ਗੁਰਬਾਣੀ ਦੇ ਅਰਥ ਸੁਖੈਣ ਪਤਾ ਲੱਗ ਜਾਣਗੇ ਜੇ ਪੜ੍ਹੋਗੇ। ਇਸ ਤਰ੍ਹਾਂ ਇਸ ਸਿੱਖ ਦੀ ਕਲਿਆਣ ਹੋਈ ਆ। ਅਗਲਾ ਸਿੱਖ ਹੈ ਮੁਰਾਰੀ ਅਣਦ। ਇਹ ਮਹਾਂਪੁਰਖ ਸੀ, ਆਤਮ ਗਿਆਨੀ ਸੀ। ਭਾਈ ਕਲਿਆਣਾ, ਭਾਈ ਨਾਨੋ ਲਟਕਣ, ਬਿੰਦਰਾਓ, ਆਲਮਚੰਦ ਹਾਂਡਾ ਤੇ ਸਹਿਸਾਰੂ ਤਲਵਾੜਾ, ਇਹ ਜਗਿਆਸੀ ਸਨ, ਕੁਝ ਜਾਣਨ ਦੀ ਇੱਛਾ ਰੱਖਦੇ ਸਨ। ਇਹ ਹਜ਼ੂਰ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਰਨ ਆਏ ਆ ਤੇ ਆਣ ਕੇ ਕਿਹਾ ਹੈ ਕਿ ਮਹਾਰਾਜ ਗਰੀਬ ਨਵਾਜ਼ ਸਤਿਗੁਰੂ ਸਾਡਾ ਉਧਾਰਨ ਕਰੋ। ਤਾਂ ਸਤਿਗੁਰਾਂ ਨੇ ਬਚਨ ਕੀਤਾ ਹੈ ਕਿ ਭਾਈ ਸਿੱਖੋ, ਸ਼ਬਦ ਦਾ ਅਭਿਆਸ ਕਰਨਾ, ਸ਼ਬਦ ਦਾ ਤੁਸੀਂ ਅਭਿਆਸ ਕਰਨਾ ਹੈ ਤੇ ਆਏ ਗਏ ਦੀ ਸੇਵਾ ਕਰਨੀ ਸਿੱਖਾਂ ਦੀ। ਤੇ ਉਹਨਾਂ ਕਿਹਾ ਕਿ ਮਹਾਰਾਜ ਜਿਸ ਸਮੇਂ ਸ਼ਬਦ ਸੁਣਦੇ ਹਾਂ ਉਦੋਂ ਤੇ ਮਨ ਨੀਵਾਂ ਰਹਿੰਦਾ ਹੈ, ਉਦੋਂ ਤੇ ਮਨ ਜੁੜਿਆ ਰਹਿੰਦਾ ਹੈ, ਪਰ ਮਹਾਰਾਜ ਜਦੋਂ ਅਸੀਂ ਕਾਰ ਵਿਹਾਰ ਕਰਨ ਲੱਗ ਜਾਂਦੇ ਹਾਂ ਤੇ ਮਨ ਜਿਹੜਾ ਆ ਉਹ ਵਿਹਾਰਾਂ ਦੇ ਵਿੱਚ ਰੁੱਝ ਜਾਂਦਾ ਹੈ, ਉਦੋਂ ਮਨ ਸ਼ਬਦ 'ਚ ਨਹੀਂ ਜੁੜਦਾ। ਮਹਾਰਾਜ ਜੀ ਇਹਨੂੰ ਥੋੜ੍ਹਾ ਜਿਹਾ ਸਾਨੂੰ ਸਮਝਾਓ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸ਼ਬਦ ਪੜ੍ਹਦੇ, ਉਦੋਂ ਮਨ ਟਿਕ ਜਾਂਦਾ ਹੈ, ਪਰ ਜਦੋਂ ਅਸੀਂ ਕਾਰ ਵਿਹਾਰਾਂ 'ਚ ਲੱਗ ਜਾਂਦੇ ਹਾਂ ਫਿਰ ਨਹੀਂ ਮਨ ਟਿਕਦਾ। ਮਹਾਰਾਜ ਜੀ ਥੋੜ੍ਹਾ ਜਿਹਾ ਸਮਝਾਉਣਾ ਕਰੋ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਨੇ ਕਿਹਾ ਸਿੱਖੋ, ਅਸਲ 'ਚ ਗੱਲ ਪਤਾ ਕੀ ਹੈ, ਇਹ ਜਿਹੜਾ ਜਨਮ ਆ ਨਾ, ਇਹ ਸਾਡਾ ਇੱਕੋ ਜਨਮ ਨਹੀਂ ਹੈ, ਪਤਾ ਨਹੀਂ ਕਿੰਨੇ ਕੁ ਜਨਮ ਭੋਗਦੇ ਆਏ ਆ, ਤੇ ਉਹਨਾਂ ਜਨਮਾਂ ਦੇ ਵਿੱਚ ਅਸੀਂ ਇਹ ਵਾਰ-ਵਾਰ ਕੀਤਾ ਹੈ ਅਭਿਆਸ। ਕਿਹੜਾ ਅਭਿਆਸ? ਪਾਤਸ਼ਾਹ ਸਤਿਗੁਰੂ ਕਹਿੰਦੇ ਵਿਹਾਰ, ਦੁਨੀਆ ਦੇ ਜਿਹੜੇ ਕਾਰੋਬਾਰ ਹਨ, ਇਹ ਅਸੀਂ ਵਾਰ-ਵਾਰ ਕਰਦੇ ਹਾਂ। ਤੁਹਾਡਾ ਜਨਮ ਪਿਛਲੇ ਜਨਮਾਂ ਦੇ ਵਿੱਚ ਵੀ ਤੁਸੀਂ ਕਾਰਾਂ ਵਿਹਾਰਾਂ 'ਚ ਰੁੱਝੇ ਰਹੇ ਸੀ, ਉਸ ਤੋਂ ਪਿਛਲੇ ਜਨਮਾਂ 'ਚ ਵੀ ਕਾਰਾਂ ਵਿਹਾਰਾਂ 'ਚ ਰੁੱਝੇ ਰਹੇ ਸੀ। ਇਸ ਕਰਕੇ ਜਿਹੜੀ ਬਾਣੀ ਹੈ ਉਹ ਤੁਹਾਨੂੰ ਇਸ ਜਨਮ 'ਚ ਪ੍ਰਾਪਤ ਹੋਈ ਹੈ, ਤੇ ਜਿਹੜੇ ਅਭਿਆਸ ਹਨ ਕਾਰਾਂ ਵਿਹਾਰਾਂ ਦੇ, ਉਹ ਤੁਹਾਨੂੰ ਪਿਛਲੇ ਜਨਮਾਂ ਦੇ ਜਿਹੜੇ ਆ ਉਹ ਦ੍ਰਿੜ ਹੋਏ ਆ। ਇਸ ਕਰਕੇ ਸਿੱਖੋ, ਉਹ ਅਭਿਆਸ ਤੁਹਾਡਾ ਛੁੱਟਦਾ ਨਹੀਂ। ਤੇ ਮਹਾਰਾਜ ਇਹ ਅਭਿਆਸ ਛੁੱਟੇਗਾ ਕਿਵੇਂ, ਇਹ ਸਾਨੂੰ ਦੱਸਣਾ ਕਰੋ।
ਕਿ ਜੇ ਇਹ ਅਭਿਆਸ ਸਾਡਾ ਪਿਛਲੇ ਜਨਮਾਂ ਦੇ ਵਿੱਚ ਅਸੀਂ ਕਾਰ ਵਿਹਾਰ ਕਰਦੇ ਸੀ ਤੇ ਉਦੋਂ ਉਹਦਾ ਕਰਕੇ ਸਾਨੂੰ ਜਿਹੜਾ ਸੰਸਾਰੀ ਕਾਰ ਵਿਹਾਰ ਦੇ ਵਿੱਚ ਮਨ ਜੁੜਦਾ ਹੈ, ਪਰ ਸ਼ਬਦ 'ਚ ਮਨ ਨਹੀਂ ਜੁੜਦਾ, ਤੇ ਸਾਨੂੰ ਇਹ ਦੱਸੋ ਕਿ ਛੁੱਟੇਗਾ ਕਿਵੇਂ? ਤੇ ਮਹਾਰਾਜ ਕਹਿੰਦੇ ਅਭਿਆਸ ਦੇ ਨਾਲ ਛੁੱਟਣਾ ਹੈ। ਵਾਰ-ਵਾਰ ਆਪੇ ਦਾ ਗਿਆਨ, ਵਾਰ-ਵਾਰ ਆਤਮ ਅਭਿਆਸ ਕਰਨਾ ਹੈ, ਨਾਮ ਨੂੰ ਦ੍ਰਿੜ ਕਰਨਾ ਹੈ, ਸਰਵਣ ਕਰਨਾ ਹੈ। ਉਹਦੇ ਨਾਲ ਦੇਹ ਦਾ ਅਭਿਮਾਨ ਖਤਮ ਹੋਵੇਗਾ। ਫਿਰ ਦੇਹ ਦੇ ਜਿਹੜਾ ਹੈ ਕਾਰ ਵਿਹਾਰ ਨਹੀਂ ਵਿਆਪਣਗੇ। ਫਿਰ ਦੇਹ ਦੇ ਵਿੱਚੋਂ ਹੰਕਾਰ ਖਤਮ ਹੋਏਗਾ। ਦੇਹ ਅਭਿਆਸ ਦੇ ਨਾਲ ਜਿਹੜਾ ਹੈ ਸਿਮਰਨ ਦੇ ਨਾਲ ਦੇਹ ਅਭਿਆਸ ਖਤਮ ਹੋਏਗਾ। ਫਿਰ ਤੁਹਾਡਾ ਜਿਹੜਾ ਮਨ ਹੈ ਉਹ ਟਿਕਣ ਲੱਗ ਜਾਵੇਗਾ। ਫਿਰ ਤੁਹਾਨੂੰ ਗਿਆਨ ਬਖਸ਼ਿਸ਼ ਹੋਵੇਗਾ ਤੇ ਗਿਆਨ ਦੇ ਨਾਲ ਮਨ ਨੀਵਾਂ ਹੋ ਜਾਏਗਾ ਤੇ ਫਿਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਯਤਨ ਨਹੀਂ ਕਰਨ ਦੀ ਲੋੜ ਪੈਣੀ। ਜਿਵੇਂ ਕਾਰਾਂ ਵਿਹਾਰਾਂ 'ਚ ਮਨ ਟਿਕ ਜਾਂਦਾ ਹੈ, ਉਸੇ ਤਰ੍ਹਾਂ ਤੁਹਾਡਾ ਮਨ ਜਿਹੜਾ ਹੈ ਉਹ ਇਹਨਾਂ ਕੰਮਾਂ ਦੇ ਵਿੱਚ ਭਾਵ ਤੁਹਾਡਾ ਜਿਹੜਾ ਮਨ ਹੈ ਉਹ ਇਸੇ ਤਰ੍ਹਾਂ ਹੀ ਟਿਕ ਜਾਵੇਗਾ। ਜਿਵੇਂ ਤੁਸੀਂ ਕਾਰਾਂ ਵਿਹਾਰਾਂ 'ਚ ਲੱਗਦੇ ਹੋ, ਇਸੇ ਤਰ੍ਹਾਂ ਸ਼ਬਦ 'ਚ ਲੱਗ ਕੇ ਤੁਹਾਡਾ ਮਨ ਜਿਹੜਾ ਉਹ ਟਿਕੇਗਾ, ਤੁਹਾਡੀ ਕਲਿਆਣ ਹੋਵੇਗੀ ਤੇ ਜਿਹੜੇ ਉਪਾਸਨਾ ਇਸ ਤਰ੍ਹਾਂ ਕਰਨਗੇ ਉਹਨਾਂ ਦੀ ਵੀ ਕਲਿਆਣ ਹੋਵੇਗੀ। ਇਸ ਤਰ੍ਹਾਂ ਇਹਨਾਂ ਸਿੱਖਾਂ ਦੀ ਜਿਹੜੀ ਹੈ ਉਹ ਕਲਿਆਣ ਹੋਈ ਹੈ। ਅੱਗੇ ਸਾਖੀ ਹੈ ਭਾਈ ਜਗਨਾ, ਭਾਈ ਨੰਦਾ, ਭਾਈ ਭਾਨਾ ਸੋਹੜ। ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਆਏ ਆ ਤੇ ਆਣ ਕੇ ਬੇਨਤੀ ਕੀਤੀ ਹੈ ਕਿ ਗਰੀਬ ਨਿਵਾਜ ਮਹਾਰਾਜ ਸਾਨੂੰ ਇਹ ਦੱਸਣਾ ਕਰੋ ਕਿ ਵਾਹਿਗੁਰੂ ਵਾਹਿਗੁਰੂ ਹਾਂਜੀ ਸਤਿਗੁਰੂ ਸਾਨੂੰ ਇਹ ਦੱਸਣਾ ਕਰੋ ਕਿ ਇੰਦਰੀਆਂ ਨੂੰ ਕਿਵੇਂ ਰੋਕਿਆ ਜਾਵੇ, ਕਿਵੇਂ ਪਰਮੇਸ਼ਰ ਨੂੰ ਸਿਮਰਿਆ ਜਾਵੇ ਤੇ ਕਿਵੇਂ ਉਹਦੇ ਵਿੱਚ ਲੀਨਤਾ ਪ੍ਰਾਪਤ ਕੀਤੀ ਜਾਵੇ। ਸਾਡਾ ਮਨ ਨਹੀਂ ਟਿਕਦਾ, ਸਾਡਾ ਮਨ ਚਲਾਇਮਾਨ ਹੋ ਜਾਂਦਾ ਪਦਾਰਥਾਂ ਦੇ ਵਿੱਚ, ਚਲਾਇਮਾਨ ਮਨ ਸਾਡਾ ਪਦਾਰਥਾਂ 'ਚ ਚਲਾਇਮਾਨ ਹੋ ਜਾਂਦਾ ਹੈ। ਕਿਤੇ ਕਿਸੇ ਪਾਸੇ ਭੱਜਦਾ ਹੈ, ਕਿਤੇ ਕਿਸੇ ਪਾਸੇ ਭੱਜਦਾ ਹੈ। ਮਹਾਰਾਜ ਕਿਰਪਾ ਕਰੋ ਸਾਡਾ ਮਨ ਟਿਕੇ, ਐਸਾ ਸਾਨੂੰ ਜਿਹੜਾ ਹੈ ਨਾ ਉਪਦੇਸ਼ ਬਖਸ਼ਿਸ਼ ਕਰੋ ਤਾਂ ਕਿ ਸਾਡਾ ਜਿਹੜਾ ਮਨ ਹੈ ਉਹ ਟਿਕ ਜਾਵੇ। ਤੇ ਗੁਰੂ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਭਾਈ ਸਿੱਖੋ ਤੁਹਾਡਾ ਮਨ ਟਿਕੇਗਾ। ਤੁਸੀਂ 3 ਕਾਰਜ ਕਰਨੇ ਆ। ਮਾਰੇ ਕਿਹੜੇ 3 ਕਾਰਜ ਕਰੀਏ ਕਿ ਸਾਡਾ ਮਨ ਜਿਹੜਾ ਉਹ ਟਿਕ ਜਾਵੇ? ਤੇ ਹਜ਼ੂਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਕਿ ਇੱਕ ਤੁਸੀਂ ਮਨੋਨਾਸ਼ ਕਰਨਾ ਹੈ, ਮਨ ਨੂੰ ਖਤਮ ਕਰਨਾ ਹੈ, ਤੇ ਦੂਸਰਾ ਵਾਸ਼ਨਾ ਖੈ, ਤੇ ਤੀਸਰਾ ਤਤ ਗਿਆਨ। ਇਹ 3 ਕਾਰਜ ਕਰਨੇ ਆ। ਮਾਰੇ ਖੁੱਲ੍ਹ ਕੇ ਸਮਝਾਓ ਸਾਨੂੰ ਕੀ ਹਨ ਇਹ 3 ਕੰਮ। ਮਾਰੇ ਕਹਿੰਦੇ ਮਨੋਨਾਸ਼ ਭਾਵ ਆਪਣੇ ਪ੍ਰਾਣਾਂ ਦੇ ਨਾਲ, ਆਪਣੇ ਸਵਾਸਾਂ ਦੇ ਨਾਲ ਪਰਮੇਸ਼ਰ ਨੂੰ ਯਾਦ ਕਰੋ। ਉਹਦੇ ਨਾਲ ਮਨ ਦਾ ਅਭਿਆਸ ਹੋ ਜਾਂਦਾ ਹੈ, ਮਨ ਮਰ ਜਾਂਦਾ ਹੈ। ਮਨੋਨਾਸ਼ ਮਨ ਨਸ਼ ਖਤਮ ਹੋ ਜਾਂਦਾ ਹੈ। ਪ੍ਰਾਣਾਂ ਦੇ ਨਾਲ ਜਦੋਂ ਸਵਾਸ ਆਉਂਦਾ ਉਦੋਂ ਜਪਦੇ ਆ, ਉਹਦੇ ਨਾਲ ਸਵਾਸ ਜਿਹੜੇ ਆ ਉਹ ਟਿਕ ਜਾਂਦੇ ਆ, ਮਨੋਨਾਸ਼ ਹੋ ਜਾਂਦਾ ਹੈ। ਤੇ ਮਨ ਇੱਕ ਘੋੜਾ ਹੈ ਤੇ ਜਦੋਂ ਇਹਨੂੰ ਜਪਦੇ ਆ ਤੇ ਫਿਰ ਉਹ ਮਨ ਟਿਕਣ ਲੱਗ ਜਾਂਦਾ ਹੈ। ਜਿਵੇਂ ਵੈੜਾ ਘੋੜਾ ਕਿਸੇ ਕਾਬੂ ਨਹੀਂ ਆਉਂਦਾ, ਪਰ ਜਦੋਂ ਉਹਦੇ ਤੇ ਵਾਰ-ਵਾਰ ਸਵਾਰੀ ਕਰਦੇ ਆ ਤੇ ਫਿਰ ਉਹ ਸਮਝ ਜਾਂਦਾ ਹੈ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਕਰੋਗੇ ਤੁਹਾਡੇ ਮਨ ਦਾ ਨਾਸ਼ ਹੋਵੇਗਾ। ਫਿਰ ਸਤਿਗੁਰੂ ਵਾਸ਼ਨਾ ਖੈ ਕੀ ਹੈ? ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਭਾਈ ਵਾਸ਼ਨਾ ਖੈ ਹੈ ਆਪਣੇ ਮਨ ਨੂੰ ਇਹ ਸਮਝਾਉਣਾ ਕਿ ਜਿਹੜੀ ਸਮੁੱਚਾ ਸੰਸਾਰ ਹੈ ਉਹ ਤ੍ਰਿਸ਼ਨਾ ਹੈ। ਸਮੁੱਚਾ ਸੰਸਾਰ ਖਤਮ ਹੋ ਜਾਣ ਵਾਲਾ ਹੈ, ਝੂਠ ਹੈ, ਜਗਤ ਝੂਠ ਹੈ, ਜਗਤ ਸਦੀਵੀ ਨਹੀਂ ਰਹਿਣਾ। ਭਾਈ ਜਦੋਂ ਤੁਸੀਂ ਇਹ ਕਾਰਜ ਕਰੋਗੇ, ਜਗਤ ਨੂੰ ਝੂਠ ਜਾਣੋਗੇ, ਫਿਰ ਤੁਹਾਡਾ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਮ ਮਨ ਜੁੜੇਗਾ। ਤੇ ਫਿਰ ਸਤਿਗੁਰੂ ਤੀਸਰਾ ਕੀ ਹੈ? ਮਹਾਰਾਜ ਨੇ ਕਿਹਾ ਤੀਸਰਾ ਤਤ ਗਿਆਨ। ਤੁਹਾਡੀ ਵਾਸ਼ਨਾ ਖਤਮ ਹੁੰਦੀ ਆ, ਵਾਸ਼ਨਾ ਖਹਿ ਹੋ ਜਾਏਗੀ। ਫਿਰ ਤਤ ਗਿਆਨ ਜਿਹੜਾ ਹੈ ਉਹ ਸ਼ਬਦ ਦਾ ਅਭਿਆਸ ਹੈ। ਸਤਿਗੁਰਾਂ ਨੇ ਕਿਹਾ ਭਾਈ ਸ਼ਬਦ ਦਾ ਅਭਿਆਸ ਜਿਹੜਾ ਹੈ ਨਾ ਉਹ ਜ਼ਰੂਰ ਕਰਨਾ ਹੈ। ਅਭਿਆਸ ਮਹਾਰਾਜ ਕਿਵੇਂ ਕਰਨਾ ਹੈ? ਤੇ ਸਤਿਗੁਰਾਂ ਨੇ ਕਿਹਾ ਵਾਰ-ਵਾਰ ਗੁਰਬਾਣੀ 'ਚ ਉਹ ਸ਼ਬਦ ਲੈਣੇ ਆ ਜਿਹੜੇ ਮਨ ਨੂੰ ਖੋੜਨ, ਜਿਹੜੇ ਮਨ ਨੂੰ ਟਿਕਾ ਦੇਣ, ਜਿਹੜੇ ਮਨ ਨੂੰ ਗਿਆਨ ਦੇਣ। ਵਾਰ-ਵਾਰ ਸੰਸਾਰ ਵੱਲ ਨੂੰ ਨਾ ਧੌਣ, ਪਰਮੇਸ਼ਰ ਦਾ ਗਿਆਨ ਦੇਣ। ਇਸ ਤਰ੍ਹਾਂ ਜਦੋਂ ਤੁਸੀਂ ਕਰੋਗੇ, ਇਹ 3 ਕਾਰਜ ਕਰੋਗੇ। ਪਹਿਲਾ ਮਨੋਨਾਸ਼ ਭਾਵ ਮਨ ਦੇ ਨੂੰ ਟਿਕਾਓਗੇ, ਵਾਰ-ਵਾਰ ਸਵਾਸਾਂ ਦੇ ਨਾਲ ਪਰਮੇਸ਼ਰ ਦਾ ਸਿਮਰਨ ਕਰੋਗੇ। ਦੂਸਰਾ ਵਾਸ਼ਨਾ ਹੈ, ਸੰਸਾਰ ਨੂੰ ਮਿਥਿਆ ਜਾਣੋਗੇ।
ਭਾਵ ਸੰਸਾਰ ਖਤਮ ਹੋਣ ਵਾਲਾ ਹੈ, ਇਸ ਤਰ੍ਹਾਂ ਸਮਝੋਗੇ। ਤੇ ਤੀਸਰਾ ਜਿਹੜਾ ਹੈ, ਮਹਾਰਾਜ ਨੇ ਕਿਹਾ ਕਿ ਜਦੋਂ ਤੁਸੀਂ ਤਤ ਗਿਆਨ ਪ੍ਰਾਪਤ ਕਰੋਗੇ ਸਿਮਰਨ ਕਰਕੇ, ਭਾਵ ਗੁਰਬਾਣੀ ਨਾਲ ਜੁੜ ਕੇ ਗੁਰਬਾਣੀ ਦਾ ਗਿਆਨ ਪ੍ਰਾਪਤ ਕਰੋਗੇ, ਤੇ ਤੁਹਾਡਾ ਕਲਿਆਣ ਹੋਵੇਗਾ। ਫਿਰ ਸਤਿਗੁਰਾਂ ਨੇ ਇੱਕ ਉਦਾਹਰਨ ਦਿੱਤੀ ਹੈ ਕਿ ਭਾਈ 3 ਸੂਬੇਦਾਰ ਹੋਣ, ਇੱਕ ਕਾਬਲ ਦਾ, ਤੇ ਸਤਿਗੁਰੂ ਕਹਿੰਦੇ ਲਾਹੌਰ ਦਾ ਇੱਕ ਸੂਬੇਦਾਰ, ਇੱਕ ਸਰਹੰਦ ਦਾ। ਇਹ ਤਿੰਨੇ ਸੂਬੇਦਾਰ ਦਿੱਲੀ ਜਾਣ, ਤੇ ਦਿੱਲੀ ਜਾ ਕੇ ਦਿੱਲੀ ਦੇ ਰਾਜੇ ਨੂੰ ਕਹਿਣ, ਦਿੱਲੀ ਦੇ ਬਾਦਸ਼ਾਹ ਨੂੰ ਕਹਿਣ ਕਿ ਬਾਦਸ਼ਾਹ ਜੀ, ਸਾਡੇ ਤੇ ਭੀੜ ਬੜੀ ਬਣਨ ਵਾਲੀ ਹੈ, ਤੇ ਕਿਰਪਾ ਕਰੋ, ਅਸੀਂ ਕੀ ਕਾਰਜ ਕਰੀਏ। ਤੇ ਫਿਰ ਦਿੱਲੀ ਦਾ ਬਾਦਸ਼ਾਹ ਕਵੇ ਕਿ ਤੁਸੀਂ ਪਹਿਲਾਂ ਜਾ ਕੇ ਸਰਹੰਦ ਦਾ ਜਿਹੜਾ ਕਿਲ੍ਹਾ ਹੈ ਉਹ ਪੱਕਾ ਕਰੋ, ਫਿਰ ਲਾਹੌਰ ਦਾ ਕਿਲ੍ਹਾ ਪੱਕਾ ਕਰੋ, ਫਿਰ ਤੁਸੀਂ ਕਾਬਲ ਦਾ ਕਿਲ੍ਹਾ ਪੱਕਾ ਕਰੋ। ਤੇ ਜਦੋਂ ਇੱਥੇ ਪੱਕਾ ਹੋ ਗਿਆ, ਭਾਵ ਇੱਥੇ ਫੌਜ ਤੈਨਾਤ ਹੋ ਗਈ, ਫਿਰ ਤੁਹਾਡੇ ਤੇ ਕੋਈ ਖਤਰਾ ਨਹੀਂ ਰਹਿਣਾ। ਤੇ ਸਤਿਗੁਰਾਂ ਨੇ ਕਿਹਾ ਇਸੇ ਪ੍ਰਕਾਰ ਤੁਸੀਂ ਜੇ ਇਹ 3 ਕਾਰਜ ਕਰੋਗੇ, ਮਨੋਨਾਸ਼, ਸਵਾਸ ਸਿਮਰਨ ਕਰੋਗੇ, ਵਾਸ਼ਨਾ ਖੈ, ਜਦੋਂ ਵਾਸ਼ਨਾ ਦਾ ਕਿਲ੍ਹਾ ਪੱਕਾ ਹੋ ਗਿਆ, ਪਤਾ ਲੱਗ ਗਿਆ ਜਗਤ ਝੂਠਾ ਹੈ, ਫਿਰ ਤਤ ਗਿਆਨ ਜਦੋਂ ਪ੍ਰਾਪਤ ਹੋ ਗਿਆ, ਤਿੰਨੇ ਕਿਲ੍ਹੇ ਮਜ਼ਬੂਤ ਹੋ ਗਏ, ਫਿਰ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈ ਕਿਸੇ ਤਰ੍ਹਾਂ ਦਾ ਕੋਈ ਅਗਿਆਨ ਨਹੀਂ ਵਾਪਰੇਗਾ, ਤੁਹਾਨੂੰ ਅਗਿਆਨ ਜਿਹੜਾ ਨਸ਼ਟ ਨਹੀਂ ਕਰ ਸਕੇਗਾ। ਤੁਹਾਨੂੰ ਅਭਿਆਸ ਕਰਨ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋਏਗੀ, ਤੁਹਾਡਾ ਭਲਾ ਹੋਏਗਾ, ਵਾਰ-ਵਾਰ ਨਾਮ ਸਿਮਰੋਗੇ, ਤੁਹਾਡਾ ਹੀ ਕਲਿਆਣ ਹੋਵੇਗੀ। ਇਸ ਤਰ੍ਹਾਂ ਇਹਨਾਂ ਸਿੱਖਾਂ ਦੀ ਜਿਹੜੀ ਹੈ ਉਹ ਕਲਿਆਣ ਹੋਈ। ਸੋ ਸਾਧ ਸੰਗਤ, ਅੱਗੇ 28ਵੀਂ ਪੌੜੀ ਜਿਹੜੀ ਹੈ ਉਹ ਚੱਲਣ ਲੱਗੀ ਹੈ। ਇਹਦੇ ਵਿੱਚ ਅੱਧੀ ਪੌੜੀ ਦੇ ਵਿੱਚ ਸਤਿਗੁਰਾਂ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖਾਂ ਦਾ ਨਾਮ ਹੈ, ਅੱਧੀ ਪੌੜੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਦਾ ਨਾਮ ਹੈ। ਸੋ ਆਪਾਂ ਇੱਕ ਵਾਰੀ ਇਹਨਾਂ ਸਿੱਖਾਂ ਦੇ ਬਾਰੇ ਵਿਚਾਰ ਕਰਕੇ, ਜੋ ਆਪ ਜੀ ਦੀ ਸਕਰੀਨ ਉੱਪਰ ਹੈ, ਫਿਰ ਆਪਾਂ ਅੱਗੇ ਚੱਲਦੇ ਹਾਂ। ਜਿਹੜੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਹਨ ਉਹਨਾਂ ਬਾਰੇ ਅੱਜ ਆਪਾਂ ਵਿਚਾਰ ਕਰ ਲੈਂਦੇ ਹਾਂ। ਕੱਲ੍ਹ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਦੇ ਬਾਰੇ ਵਿਚਾਰ ਜਿਹੜੀ ਉਹ ਸ਼ੁਰੂ ਕਰ ਲਵਾਂਗੇ। ਸੋ ਭਾਈ ਗੁਰਦਾਸ ਜੀ ਕਹਿੰਦੇ ਆ, ਸਿੰਗਾਰੂ ਜੈਤਾ ਭਲਾ, ਸੂਰਬੀਰ ਮਨ ਪਰ ਉਪਕਾਰਾ। ਇਹ ਹਜ਼ੂਰੀ ਸਿੱਖ ਹਨ ਜਿਹੜੇ ਸਤਿਗੁਰਾਂ ਦੇ ਹਜ਼ੂਰ ਰਹੇ, ਜਿਨ੍ਹਾਂ ਨੇ ਸੇਵਾ ਕੀਤੀ ਹੈ। ਜੈਤਾ ਨੰਦਾ ਜਾਣੀਐ, ਪੁਰਖ ਪਿਰਾਗਾ ਸ਼ਬਦ ਆਧਾਰਾ, ਤਿਲਕ ਤਲੋਕਾ ਪਾਠਕਾ, ਸਾਧ ਸੰਗਤ ਸੇਵਾ ਹਿਤਕਾਰਾ, ਤੋਤਾ ਮਹਿਤਾ ਮਹਾਂਪੁਰਖ, ਗੁਰਮੁਖ ਸੁਖ ਬਲ ਸ਼ਬਦ ਪਿਆਰਾ, ਜੜੀਆ ਸਾਈਂ ਦਾਸ ਹੈ, ਸਭ ਕੁਲ ਹੀਰੇ ਲਾਲ ਅਪਾਰਾ, ਮਲਕ ਪੈੜਾ ਹੈ ਕੋਹਲੀ, ਦਰਗਹ ਭੰਡਾਰੀ ਅਤ ਭਾਰਾ, ਮੀਆਂ ਜਮਾਲ ਨਿਹਾਲ ਹੈ, ਭਗਤੂ ਭਗਤ ਕਮਾਵੈ ਕਾਰਾ, ਗੁਰ ਪੂਰਾ ਗੁਰ ਪੂਰਾ ਵਰਤਾਰਾ। ਸੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਪੂਰਾ ਗੁਰੂ ਤੇ ਉਹਦਾ ਵਰਤਾਰਾ ਵੀ ਪੂਰਾ ਹੈ। ਆਓ ਆਪਾਂ ਇਹਨੂੰ ਥੋੜ੍ਹਾ ਜਿਹਾ ਵਿਚਾਰ ਲਈਏ ਅੱਖਰੀ ਅਰਥ ਕਰਕੇ, ਫਿਰ ਆਪਾਂ ਅੱਗੇ ਚੱਲਦੇ ਹਾਂ ਕਿ ਕੀ ਸਤਿਗੁਰਾਂ ਨੇ ਵਾਹਿਗੁਰੂ ਭਾਈ ਗੁਰਦਾਸ ਜੀ ਨੇ ਇਸ ਪੌੜੀ 'ਚ ਦੱਸਣਾ ਕੀਤਾ, ਉਹਦੇ ਬਾਰੇ ਵਿਚਾਰ ਕੇ ਆਪਾਂ ਅੱਗੇ ਚੱਲਦੇ ਹਾਂ। ਹਜ਼ੂਰੀ ਸਿੱਖ ਭਾਈ ਸਿੰਗਾਰੂ ਜੈਤਾ ਸੂਰਬੀਰ ਹਨ, ਬੜੇ ਪਰਉਪਕਾਰੀ ਸਿੱਖ। ਇਹ ਸੂਰਬੀਰ ਭਾਵ ਯੋਧੇ ਹਨ, ਸੂਰਮੇ ਸਿੱਖ ਹਨ ਤੇ ਮਨ ਦੇ ਪਰਉਪਕਾਰੀ ਹੋਏ ਹਨ। ਜੈਤਾ ਨੰਦਾ, ਭਾਈ ਜੈਤਾ, ਭਾਈ ਨੰਦਾ, ਭਾਈ ਪਰਾਗਾ, ਇਹਨਾਂ ਨੇ ਸ਼ਬਦ ਦੇ ਆਸਰੇ ਰਹਿ ਕੇ, ਸ਼ਬਦ ਨੂੰ ਆਧਾਰ ਬਣਾ ਕੇ ਆਪਣਾ ਜੀਵਨ ਜੀਵਿਆ ਹੈ। ਫਿਰ ਭਾਈ ਤਲੋਕਾ ਸ਼੍ਰੋਮਣੀ ਪਾਠਕ ਸੀ, ਭਾਵ ਗੁਰੂ ਸਾਹਿਬ ਦੇ ਕੋਲ ਰਹਿ ਕੇ ਨੇ ਸਿੱਖਿਆ ਪ੍ਰਾਪਤ ਕੀਤੀ, ਸੰਗਤਾਂ ਨੂੰ ਪਾਠ ਸੁਣਾਉਣ ਦੀ ਸੇਵਾ ਕਰਦਾ ਸੀ ਇਹ ਸਿੱਖ। ਮਹਿਤਾ ਤੋਤਾ ਮਹਾਂਪੁਰਖ, ਇਹ ਮਹਿਤਾ ਤੋਤਾ ਸਿੱਖ ਹੈ, ਮਹਾਂਪੁਰਖ ਹੋਇਆ ਹੈ, ਬਹੁਤ ਵੱਡਾ ਗੁਰਮੁਖ ਸੀ, ਸ਼ਬਦ ਦੇ ਸੁੱਖ ਫਲ ਨੂੰ ਪਿਆਰ ਕਰਦਾ ਸੀ, ਭਾਵ ਸੁੱਖ ਫਲ ਸ਼ਬਦ ਪਿਆਰਾ, ਸ਼ਬਦ ਰੂਪੀ ਸੁੱਖ ਫਲ ਮਾਣਦਾ ਸੀ। ਜੜੀਆ ਸਾਈਂ ਦਾਸ ਹੈ, ਸਭ ਕੁਲ ਹੀਰੇ ਲਾਲ ਅਪਾਰਾ। ਫਿਰ ਸਾਈਂ ਦਾਸ ਜੜੀਆ, ਸਾਰੀ ਕੁੱਲ ਦਾ ਇਹਨੇ ਆਪਣਾ ਜਿਹੜਾ ਹੈ ਉਧਾਰ ਕੀਤਾ ਹੈ। ਇਸ ਤਰ੍ਹਾਂ ਇਹਦੀ ਕੁੱਲ ਦਾ ਉਧਾਰ ਹੋਇਆ। ਹੀਰੇ ਲਾਲ ਹੀਰੇ ਲਾਲ ਦੇ ਵਾਂਗੂ ਇਹ ਚਮਕਿਆ। ਮਲਕ ਪੈੜਾ ਕੋਹਲੀ, ਦਰਗਾਹ ਦਾ ਵੱਡਾ ਭੰਡਾਰੀ ਹੋਇਆ ਇਹ ਸਿੱਖ। ਫਿਰ ਮੀਆਂ ਜਮਾਲ ਨਿਹਾਲ ਹੋ,
भगती दी कार कमाई है इन्हें। मियाँ मलक मियाँ पैड़ा है वाहिगुरू, मियाँ जमाल निहाल है, भगतू भगत कमावे कारा। ये मियाँ जमाल निहाल हो गया ते भाई भगतू ने भगती दी कार लगी है। पूरे गुर पूरा वरतारा, गुरु पूरा है ते पूरा गुरु ही पूरियां सिखां दे विच वरतिया है। इस तरह सारियां सिखां दी जिहड़ी है वो कल्याण होई है। सो तोता महता महापुरख गुरमुख सुखबल शब्द प्यारा। इत्थों तक ਜਿਹੜੇ ਸਿੱਖ ਹਨ ਇਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਵੀ ਰਹੇ ਆ ਤੇ ਜਦੋਂ ਸਤਿਗੁਰਾਂ ਦੀ ਸ਼ਹਾਦਤ ਹੋ ਗਈ ਆ ਉਸ ਤੋਂ ਬਾਅਦ ਇਸ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵੀ ਰਹੇ ਆ। ਇਸ ਕਰਕੇ ਇਹ ਜਿੰਨੇ ਵੀ ਸਿੱਖ ਆ ਇਹਨਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਪਾਸੋਂ ਵੀ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਸੋਂ ਵੀ ਸਿੱਖਿਆ ਪ੍ਰਾਪਤ ਕੀਤੀ ਹੈ। ਫਿਰ ਜੜੀਆ ਸਾਈਂ ਦਾਸ ਇੱਥੋਂ ਜਿਹੜੇ ਆ ਇਹ ਛੇਵੇਂ ਪਾਤਸ਼ਾਹ ਦੇ ਸਿੱਖਾਂ ਦੀ ਆਰੰਭਤਾ ਹੁੰਦੀ ਹੈ। ਸੋ ਕਿਵੇਂ ਇਹਨਾਂ ਦੀਆਂ ਸਾਖੀਆਂ ਹਨ ਉਹ ਆਪਾਂ ਹੁਣ ਵਿਚਾਰਦੇ ਹਾਂ। ਅੱਜ ਆਪਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਉਹਨਾਂ ਦੀ ਬਾਰੇ ਆਪਾਂ ਕੱਲ੍ਹ ਨੂੰ ਗੱਲ ਕਰਨੀ ਹੈ ਤੇ ਅੱਜ ਆਪਾਂ ਜਿਹੜੀ ਗੱਲਬਾਤ ਹੈ ਉਹ ਪੰਜਵੇਂ ਪਾਤਸ਼ਾਹ ਦੇ ਸਿੱਖਾਂ ਦੀ ਜਿਹੜੀ ਹੈ ਉਹ ਆਪਾਂ ਕਰ ਲੈਂਦੇ ਹਾਂ। ਸੋ ਸਤਿਗੁਰਾਂ ਦੇ ਹਜ਼ੂਰ ਇਹ ਜਿਹੜੇ ਸਿੱਖ ਹਨ ਧੰਨ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਦੇ ਪਾਸ ਆਏ ਨੇ। ਭਾਈ ਸਿੰਗਾਰੂ, ਭਾਈ ਜੈਤਾ, ਇਹ ਬੜੇ ਸੂਰਬੀਰ ਸਿੱਖ ਸਨ, ਪਰਉਪਕਾਰੀ ਸਨ ਤੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਛੇਵੀਂ ਪਾਤਸ਼ਾਹ ਦੇ ਪਾਸ ਭੇਜਿਆ ਕਿ ਭਾਈ ਤੁਸੀਂ ਛੇਵੀਂ ਪਾਤਸ਼ਾਹ ਭਾਵ ਮੇਰੇ ਪੁੱਤਰ ਹਰਗੋਬਿੰਦ ਦੇ ਪਾਸ ਜਾਓ ਤੇ ਉਹਨਾਂ ਦੇ ਨਾਲ ਰਹੋ। ਤੇ ਨਾਲ ਹੀ ਬਚਨ ਕੀਤਾ ਹੈ ਸਤਿਗੁਰਾਂ ਨੇ ਕਿ ਭਾਈ ਸਮਾਂ ਐਸਾ ਆਉਣ ਵਾਲਾ ਹੈ ਕਿ ਇਸ ਜਾਮੇ ਦੇ ਵਿੱਚ ਅਸੀਂ ਛੇਵਾਂ ਰੂਪ ਹੋ ਕਰਕੇ ਸ਼ਸਤਰ ਪਕੜਨੇ ਹਨ ਤੇ ਅਸੀਂ ਫਿਰ ਹਰਗੋਬਿੰਦ ਦਾ ਰੂਪ ਧਾਰ ਕੇ ਇਸ ਕਲਯੁਗ ਦੇ ਵਿੱਚ ਸ਼ਸਤਰ ਵਿਦਿਆ ਦੇ ਨਾਲ ਮੀਰ ਦੀ ਮੀਰੀ ਖਿੱਚ ਲੈਣੀ ਹੈ ਤੇ ਸ਼ਬਦ ਦੀ ਪ੍ਰੀਤ ਦੇ ਨਾਲ ਪੀਰ ਦੀ ਪੀਰੀ ਖਿੱਚ ਲੈਣੀ ਹੈ। ਮੀਰੀ ਤੇ ਪੀਰੀ ਸਾਡੇ ਸਿੱਖਾਂ ਦੇ ਵਿੱਚ ਮੀਰੀ ਵੀ ਹੋਣਗੇ, ਭਾਵ ਐਸੇ ਸੂਰਮੇ ਵੀ ਹੋਣਗੇ ਜਿਹੜੇ ਧਰਮ ਯੁੱਧ ਕਰਿਆ ਕਰਨਗੇ ਤੇ ਐਸੇ ਸੂਰਮੇ ਹੋਣਗੇ ਜਿਹੜੇ ਭਗਤ ਵੀ ਪੂਰੇ ਹੋਇਆ ਕਰਨਗੇ। ਮੀਰ ਵੀ ਪੂਰੇ ਤੇ ਪੀਰ ਵੀ ਪੂਰੇ। ਸਤਿਗੁਰ ਕਹਿੰਦੇ ਐਸਾ ਕਾਰਜ ਕਰਾਂਗੇ ਕਿ ਮੀਰ ਦੀ ਮੀਰੀ ਖਿੱਚ ਲਵਾਂਗੇ ਤੇ ਸ਼ਬਦ ਦੀ ਪ੍ਰੀਤ ਦੇ ਨਾਲ ਪੀਰ ਦੀ ਪੀਰੀ ਖਿੱਚ ਲਵਾਂਗੇ। ਐਸੇ ਕਾਰਜ ਜਿਹੜੇ ਉਹ ਅਸੀਂ ਛੇਵਾਂ ਜਾਮਾ ਧਾਰ ਕੇ ਜਿਹੜਾ ਉਹ ਕਰਾਂਗੇ ਤੇ ਤੁਸੀਂ ਛੇਵੀਂ ਪਾਤਸ਼ਾਹ ਦੇ ਹਜ਼ੂਰ ਰਹਿਣਾ, ਭਾਵ ਹਰਗੋਬਿੰਦ ਸਾਹਿਬ ਦੇ ਹਜ਼ੂਰ ਰਹਿਣਾ ਤੇ ਤੁਸੀਂ ਰਾਜਿਆਂ ਦਾ ਨਮਕ ਖਾਂਦੇ ਹੋ, ਦੂਸਰਿਆਂ ਦੀ ਕਿਰਤ ਕਰਦੇ ਹੋ, ਭਾਵ ਉਹਨਾਂ ਦਾ ਸਾਥ ਦਿੰਦੇ ਹੋ ਤੇ ਉਹਦੇ ਨਾਲ ਸਿਰਫ ਤੁਹਾਡਾ ਇਹੋ ਹੀ ਸੰਸਾਰ ਇਸੇ ਸੰਸਾਰ 'ਚ ਤੁਹਾਡਾ ਭਲਾ ਹੁੰਦਾ। ਪਰ ਜੇ ਤੁਸੀਂ ਹਰਗੋਬਿੰਦ ਸਾਹਿਬ ਦੇ ਨਾਲ ਰਹੋਗੇ ਤੇ ਤੁਹਾਡਾ ਜੀਵਨ ਮੁਕਤ ਹੋ ਜਾਓਗੇ। ਤੁਹਾਨੂੰ ਇਸ ਸੰਸਾਰ ਦੇ ਵਿੱਚ ਹੀ ਮਾਣ ਸਤਿਕਾਰ ਮਿਲੇਗਾ ਤੇ ਜਦੋਂ ਤੁਸੀਂ ਸੰਸਾਰ ਨੂੰ ਛੱਡ ਕੇ ਜਾਓਗੇ ਤੇ ਤੁਹਾਡਾ ਉਸ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਵੀ ਭਲਾ ਹੋ ਜਾਏਗਾ। ਦੋਵੇਂ ਪਾਸੇ ਤੁਹਾਡਾ ਮੁੱਖ ਉਜਲਾ ਹੋਵੇਗਾ ਜੇ ਤੁਸੀਂ ਹਰਗੋਬਿੰਦ ਸਾਹਿਬ ਦੇ ਨਾਲ ਰਹਿ ਕੇ ਜੰਗ ਕਰੋਗੇ। ਫਿਰ ਇਹਨਾਂ ਨੇ ਮਹਾਰਾਜ ਦੇ ਹਜ਼ੂਰ ਕਿਹਾ ਹੈ ਕਿ ਸਤਿਗੁਰੂ ਸਾਨੂੰ ਇੱਕ ਪਾਰਾ ਹੁੰਦਾ ਹੈ, ਉਹਨੂੰ ਮਾਰਿਆ ਹੋਵੇ ਤੇ ਉਹ ਵਧੀਆ ਕੰਮ ਦਿੰਦਾ ਹੈ, ਬੜੀ ਤਾਕਤ ਹੁੰਦੀ ਪਾਰੇ ਵਿੱਚ। ਇਹਨਾਂ ਕਿਹਾ ਕਿ ਮਹਾਰਾਜ ਸਾਨੂੰ ਪਾਰਾ ਦਿੱਤਾ ਹੈ ਕਿਸੇ ਜੋਗੀ ਨੇ ਤੇ ਮਹਾਰਾਜ ਇਹਨੂੰ ਜੇ ਤਾਂਬੇ ਤੇ ਪਾਈਏ ਤੇ ਤਾਂਬਾ ਜਿਹੜਾ ਮਨ ਸੋਹਣਾ ਹੋ ਜਾਂਦਾ ਹੈ ਤੇ ਜੇ ਚਾਵਲ ਤੇ ਪਾਈਏ ਤੇ ਚੌਲ ਦਾ ਇੱਕ ਚੌਲ ਭਰ ਜੇ ਕੋਈ ਮਨੁੱਖ ਖਾ ਲਵੇ ਤੇ ਉਹਦੇ ਕੋਲ ਹਾਥੀਆਂ ਵਰਗੀ ਤਾਕਤ ਆ ਜਾਂਦੀ ਹੈ। ਮਹਾਰਾਜ ਕਹਿੰਦੇ ਫਿਰ ਜਾਓ, ਫਿਰ ਹਰਗੋਬਿੰਦ ਪਾਸ ਜਾ ਕੇ ਇਹ ਬਚਨ ਕਰੋ। ਇਹੋ ਗੱਲ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਆ ਕੇ ਇਹਨਾਂ ਨੇ ਕਹੀ ਹੈ ਕਿ ਮਹਾਰਾਜ ਆਹ ਗੱਲ ਹੈ, ਸਾਡੇ ਕੋਲ ਪਾਰਾ ਹੈ ਤੇ ਮਹਾਰਾਜ ਤੁਸੀਂ ਛਕ ਲਓ। ਮਾਰਿਆ ਹੋਇਆ ਪਾਰਾ ਹੈ, ਇਹਦੇ ਨਾਲ ਤਾਕਤ ਬੜੀ ਆਉਂਦੀ ਹੈ। ਤੇ ਸਤਿਗੁਰੂ ਛੇਵੀਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ ਹੈ ਕਿ ਸਿੱਖੋ ਇਹ ਪਾਰਿਆਂ ਦੀ ਲੋੜ ਨਹੀਂ ਹੈ। ਮਨ ਨੂੰ ਜਿਹੜਾ ਮਨੁੱਖ ਮਾਰ ਲੈਂਦਾ ਹੈ ਨਾ, ਉਹਨੂੰ ਕਿਸੇ ਤਰ੍ਹਾਂ ਦੇ ਪਾਰੇ ਦੀ ਲੋੜ ਨਹੀਂ ਪੈਂਦੀ। ਮਨ ਮਰ ਗਿਆ ਤੇ ਉਹਨੂੰ ਜਿਵੇਂ ਪਾਰਾ ਮਾਰ ਕੇ ਤਾਂਬੇ ਤੇ ਪਾਇਆ, ਤਾਂਬਾ ਸਵਰਨ ਹੋ ਜਾਂਦਾ ਹੈ ਤੇ ਜਿਹੜਾ ਮਨ ਨੂੰ ਮਾਰ ਕੇ ਪਰਮੇਸ਼ਰ ਵੱਲ ਨੂੰ ਜਾਂਦਾ, ਇਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਸਾਨੂੰ ਕਿਸੇ ਤਾਂਬੇ ਦੀ, ਵਾਹਿਗੁਰੂ ਕਿਸੇ ਪਾਰੇ ਦੀ ਲੋੜ ਨਹੀਂ, ਮਰੇ ਹੋਏ ਪਾਰੇ ਦੀ ਲੋੜ ਨਹੀਂ ਆ। ਅਸੀਂ ਪਰਮੇਸ਼ਰ ਦੇ ਰਜ਼ਾ ਦੇ ਵਿੱਚ ਰਾਜੀ ਹਾਂ।
ਪਰ ਫਿਰ ਵੀ ਤੁਸੀਂ ਕਹੋਗੇ ਤੇ ਮੈਂ ਤੁਹਾਡੇ ਕੋਲੋਂ ਇਹ ਪਾਰਾ ਲੈ ਕੇ ਰੱਖ ਲੈਣਾ, ਸਮਾਂ ਆਵੇਗਾ ਤੇ ਮੈਂ ਵਰਤ ਲਵਾਂਗਾ। ਇਸ ਤਰ੍ਹਾਂ ਸਤਿਗੁਰਾਂ ਨੇ ਆਪਣੇ ਪਾਸ ਉਹ ਜਿਹੜਾ ਸੀ ਪਾਰਾ ਰੱਖ ਲਿਆ। ਤੇ ਇਹ ਫਿਰ ਜਿਹੜੇ ਸਿੱਖ ਸਨ ਇਹ ਸਤਿਗੁਰਾਂ ਦੇ ਹਜ਼ੂਰ ਰਹੇ ਤੇ ਇਹਨਾਂ ਨੇ ਜੰਗਾਂ ਲੜੀਆਂ ਹਨ। ਫਿਰ ਅਗਲੇ ਸਿੱਖ ਹਨ ਭਾਈ ਜੈਤਾ, ਨੰਦਾ ਆਦਿ। ਇਹ ਭਾਈ ਪਰਾਗਾ, ਇਹ ਪੰਜਵੀਂ ਪਾਤਸ਼ਾਹੀ ਦੇ ਹਜ਼ੂਰ ਆਏ ਆ ਤੇ ਅਰਦਾਸ ਕੀਤੀ ਆ, ਜੀ ਸਾਨੂੰ ਕੋਈ ਉਪਦੇਸ਼ ਦਿਓ ਕਿ ਸਾਨੂੰ ਬਾਅਦ ਵਿੱਚ ਕਰਮ ਹੀ ਨਾ ਫੁਰਨ, ਸਾਡੇ ਕਰਮ ਨਾਸ਼ ਹੋ ਜਾਣ, ਐਸਾ ਉਪਦੇਸ਼ ਬਖਸ਼ਿਸ਼ ਕਰੋ। ਤੇ ਬਚਨ ਹੋਇਆ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ। ਸਤਿਗੁਰੂ ਕਹਿੰਦੇ ਭਾਈ ਇੰਦਰੀਆਂ ਨੂੰ ਸੰਕੋਚ ਕੇ ਤੇ ਸਵਾਸ ਦੇ ਨਾਲ ਪਰਮੇਸ਼ਰ ਦਾ ਭਜਨ ਕਰਨਾ, ਤੇ ਜਿਸ ਸਮੇਂ ਬਿਰਤੀ ਬਾਹਰ ਜਾਵੇ ਉਦੋਂ ਸ਼ਬਦ ਦਾ ਪਰਚਾ ਵਿਚਾਰਨਾ, ਭਾਵ ਉਦੋਂ ਬਾਣੀ ਦੇ ਸ਼ਬਦ ਨੂੰ ਵਿਚਾਰ ਸੁਣਨੀ। ਜੇ ਮਨ ਬਾਹਰ ਨੂੰ ਭੱਜੇ ਤੇ ਉਹ ਫਿਰ ਇਸੇ ਪ੍ਰਕਾਰ ਹੀ ਵਰਤਣ ਲੱਗੇ। ਤੇ ਬ੍ਰਾਹਮਣਾਂ ਨੇ ਕਿਹਾ, ਜਿਹੜੇ ਉਹਨਾਂ ਦੇ ਨੇੜੇ ਰਹਿਣ ਵਾਲੇ ਬ੍ਰਾਹਮਣ ਹੋਣਗੇ, ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਸਾਰੇ ਕਰਮ ਛੱਡ ਦਿੱਤੇ ਆ, ਤੁਸੀਂ ਤੇ ਪਿਸ਼ਟ ਹੋ ਗਏ। ਨਾ ਤੁਸੀਂ ਨਿਤ ਨਿਮਿਤ ਕਰਮ ਕਰਦੇ ਹੋ, ਨਾ ਦਾਨ ਦਿੰਦੇ ਹੋ, ਨਾ ਤੁਸੀਂ ਨਿਤ ਦੀ ਪੂਜਾ ਅਰਚਨਾ ਕਰਦੇ ਹੋ ਜਿਵੇਂ ਅਸੀਂ ਕਰਦੇ ਹਾਂ। ਤੇ ਤੁਹਾਡੇ ਇਹ ਜਿਹੜੇ ਆ ਕਰਮ ਲੇਖੇ ਨਹੀਂ ਪੈਣੇ, ਤੇ ਤੁਸੀਂ ਜਿਹੜਾ ਆ ਉਹ ਇਸੇ ਤਰ੍ਹਾਂ ਹੀ ਇੱਥੋਂ ਚਲੇ ਜਾਣਾ, ਤੁਸੀਂ ਭ੍ਰਿਸ਼ਟ ਹੋ ਗਏ ਹੋ। ਤੇ ਉਸ ਸਮੇਂ ਫਿਰ ਸਿੱਖਾਂ ਨੇ ਕਿਹਾ ਹੈ ਕਿ ਪੰਡਤ ਜੀ, ਇਹ ਜਿਸ ਘਰ ਦੇ ਵਿੱਚ ਕੋਈ ਮ੍ਰਿਤਕ ਹੁੰਦਾ ਹੈ ਨਾ, ਇਹਨਾਂ ਸੂਤਕ ਦਾ ਵਿਚਾਰ ਕੀਤਾ ਕਿ ਜਿਸ ਘਰ 'ਚ ਕੋਈ ਮ੍ਰਿਤਕ ਹੁੰਦਾ ਹੈ ਤੇ ਤੁਸੀਂ ਕਹਿੰਦੇ ਉਹਦੇ ਘਰ ਨਹੀਂ ਜਾਣਾ ਚਾਹੀਦਾ, ਕਰਮ ਲੇਖੇ ਨਹੀਂ ਪੈਂਦੇ। ਪਰ ਸਾਨੂੰ ਸਤਿਗੁਰਾਂ ਨੇ ਗਿਆਨ ਦਿੱਤਾ ਹੈ ਕਿ ਭਾਈ ਜਿਹੜਾ ਸਵਾਸ ਆਉਂਦਾ ਹੈ ਉਹ ਜਨਮ ਹੈ, ਜਿਹੜਾ ਸਵਾਸ ਜਾਂਦਾ ਹੈ ਉਹ ਮੌਤ ਹੈ। ਇਸ ਕਰਕੇ ਹਮੇਸ਼ਾ ਹੀ ਸੂਤਕ ਪਾਤਕ ਸਾਡੇ ਕੋਲ ਹੀ ਰਹਿੰਦੇ ਆ। ਜਦੋਂ ਸਵਾਸ ਜਾਂਦਾ ਹੈ ਉਦੋਂ ਮੌਤ ਹੈ, ਜਦੋਂ ਆਉਂਦਾ ਹੈ ਉਦੋਂ ਜਨਮ ਹੈ। ਇਸ ਤਰ੍ਹਾਂ ਹੀ ਹੈ ਨਾ, ਕਿਉਂਕਿ ਜਦੋਂ ਸਵਾਸ ਚਲਾ ਗਿਆ ਤੇ ਜੇ ਸਵਾਸ ਵਾਪਸ ਹੀ ਨਾ ਆਇਆ ਫਿਰ ਬੰਦੇ ਦੀ ਮੌਤ ਹੀ ਹੈ, ਤੇ ਜਿਹੜਾ ਅੰਦਰ ਚਲਾ ਗਿਆ ਉਹ ਉਹਦੇ ਨਾਲ ਮਨੁੱਖ ਦੀ ਜਿਹੜੀ ਹੈ ਉਹਦਾ ਜਨਮ ਹੈ। ਇਸੇ ਤਰ੍ਹਾਂ ਸਤਿਗੁਰਾਂ ਨੇ ਕਹਿੰਦੇ ਸਾਨੂੰ ਕਿਹਾ ਹੈ ਕਿ ਭਾਈ ਤੁਸੀਂ ਇਸ ਦੀ ਵਿਚਾਰ ਛੱਡ ਦਿਓ ਸੂਤਕ ਪਾਤਕ ਦੀ। ਤੇ ਤਾਂ ਕਰਕੇ ਪੰਡਤ ਜੀ ਅਸੀਂ ਇਹ ਜਿਹੜੀ ਵਿਚਾਰ ਛੱਡ ਦਿੱਤੀ ਆ। ਸਾਨੂੰ ਗੁਰੂ ਨੇ ਐਸਾ ਗਿਆਨ ਦਿੱਤਾ ਕਿ ਸਾਡੇ ਘਰ ਗੁਰੂ ਨੇ ਜਿਹੜਾ ਗਿਆਨ ਨੇ ਜਨਮ ਲੈ ਲਿਆ, ਗੁਰੂ ਦੇ ਗਿਆਨ ਨੇ ਜਨਮ ਲੈ ਲਿਆ, ਸਾਡਾ ਸਾਰਾ ਕੁਝ ਮਿਟ ਗਿਆ ਹੈ। ਇਸ ਕਰਕੇ ਹੁਣ ਅਸੀਂ ਆਪਣੇ ਗੁਰੂ ਦੇ ਕਹੇ ਅਨੁਸਾਰ ਚੱਲ ਕੇ ਆਪਣਾ ਜੀਵਨ ਬਤੀਤ ਕਰਦੇ ਹਾਂ। ਤੇ ਸਾਨੂੰ ਕੋਈ ਇਹੋ ਜਿਹੇ ਵਿਚਾਰਾਂ ਦੇ ਵਿੱਚ ਨਾ ਫਸਾਓ, ਅਸੀਂ ਇਹੋ ਜਿਹੇ ਵਿਚਾਰਾਂ ਵਿੱਚ ਨਹੀਂ ਫਸਾਂਗੇ। ਇਸ ਤਰ੍ਹਾਂ ਇਹਨਾਂ ਸਿੱਖਾਂ ਦੀ ਕਲਿਆਣ ਹੋਈ ਹੈ। ਫਿਰ ਭਾਈ ਤਲੋਕਾ ਪਾਰਕਾ ਤੇ ਭਾਈ ਤੋਤਾ ਮਹਿਤਾ, ਇਹ ਦੋਵੇਂ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਹਜ਼ੂਰ ਆਏ ਆ ਤੇ ਆਣ ਕੇ ਕਿਹਾ ਕਿ ਮਹਾਰਾਜ ਤੁਸੀਂ ਬਚਨ ਕੀਤਾ ਹੈ, ਜੋ ਰਾਮ ਨਾਮ ਦਾ ਜਾਪ ਕਰਨਾ ਤੇ ਨਰਕਾਂ ਨੂੰ ਨਹੀਂ ਜਾਓਗੇ। ਤੇ ਬ੍ਰਾਹਮਣ ਕਹਿੰਦੇ ਆ ਕਿ ਅਸੀਂ ਸਭੇ ਜਾਪ ਕਰਦੇ ਆ ਤੇ ਸਾਰਾ ਸੰਸਾਰ ਨਰਕਾਂ ਨੂੰ ਜਾਵੇਗਾ। ਮਹਾਰਾਜ ਨਰਕ ਸੁਰਗ ਕਿਉਂ ਕੀਤੇ ਆ, ਕਿਉਂ ਬਣਾਏ ਆ? ਬਚਨ ਹੋਇਆ ਪਾਤਸ਼ਾਹ ਦਾ ਕਿ ਭਾਈ ਜਪਦੇ ਤਾਂ ਸਾਰੇ ਹਨ, ਸਾਰੇ ਹੀ ਜਪਦੇ ਆ ਪਰਮੇਸ਼ਰ ਦਾ ਨਾਮ, ਪਰ ਜਿਹੜਾ ਗੁਰੂ ਬਖਸ਼ਿਸ਼ ਕਰਦਾ ਨਾ, ਜਿਹੜੇ ਗੁਰੂ ਦੁਆਰਾ ਜਪਦੇ ਆ, ਜਿਹੜੇ ਗੁਰੂ ਤੋਂ ਬਖਸ਼ਿਸ਼ ਲੈ ਕੇ ਜਪਦੇ ਆ, ਮਨ ਉਹਨਾਂ ਦਾ ਇਕਾਗਰ ਹੁੰਦਾ ਹੈ ਤੇ ਉਹਨਾਂ ਨੂੰ ਪ੍ਰਤੀਤ ਵੀ ਆਉਂਦੀ ਹੈ ਪਰਮੇਸ਼ਰ ਦੇ ਉੱਤੇ, ਤੇ ਮਨ ਵੀ ਇਕਾਗਰ ਹੁੰਦਾ ਹੈ ਤੇ ਪਰਮੇਸ਼ਰ ਤੇ ਪ੍ਰਤੀਤ ਵੀ ਆਉਂਦੀ ਹੈ ਤੇ ਉਹਨਾਂ ਦਾ ਕਲਿਆਣ ਵੀ ਹੁੰਦਾ ਹੈ। ਤੇ ਜਿਹੜੇ ਨਹੀਂ ਜਪਦੇ ਗੁਰੂ ਤੇ ਭਰੋਸਾ ਕਰਕੇ, ਜਿਹੜੇ ਆਪਣੇ ਆਪ ਜਪਦੇ ਆ, ਉਹਨਾਂ ਨੂੰ ਫਿਰ ਇਹ ਨਰਕਾਂ ਤੇ ਸਵਰਗਾਂ ਦੇ ਵਿੱਚ ਪੈਣਾ ਪੈਂਦਾ ਹੈ। ਉਹਨਾਂ ਦੀ ਕਲਿਆਣ ਜਿਹੜੀ ਹੈ ਉਹ ਨਹੀਂ ਹੁੰਦੀ। ਮਹਾਰਾਜ ਉਦਾਹਰਨ ਦਿਓ ਕੋਈ। ਤੇ ਸਤਿਗੁਰਾਂ ਨੇ ਕਿਹਾ ਭਾਈ ਮਰਦਾਨਾ ਜੀ ਦਾ ਨਾਮ ਸੁਣਿਆ? ਕਹਿੰਦੇ ਹਾਂਜੀ ਮਹਾਰਾਜ, ਵੱਡੇ ਸਤਿਗੁਰਾਂ ਦੇ ਨਾਲ ਰਹੇ ਆ ਭਾਈ ਮਰਦਾਨਾ ਜੀ, ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹੇ ਆ। ਸਤਿਗੁਰਾਂ ਨੇ ਕਿਹਾ ਜਦੋਂ ਤੁਹਾਨੂੰ ਪਤਾ ਹੈ ਕਿ ਜਦੋਂ ਭਾਈ ਮਰਦਾਨਾ ਜੀ ਨੂੰ ਫੜ ਲਿਆ ਸੀ ਕੌਡੇ ਰਾਖਸ਼ ਨੇ? ਕਹਿੰਦੇ ਹਾਂ ਮਹਾਰਾਜ, ਉਹ ਤੇ ਭਾਈ ਮਰਦਾਨਾ ਜੀ ਨੂੰ ਤਲ ਲੱਗਾ ਸੀ। ਤੇ ਸਤਿਗੁਰ ਕਹਿੰਦੇ ਉਹਨਾਂ ਕੋਲ ਕੀ ਸੀ ਉਸ ਸਮੇਂ? ਕਹਿੰਦੇ ਜੀ ਉਹ ਤੇ ਫਿਰ ਗੁਰੂ ਨਾਨਕ ਸਾਹਿਬ ਆਪ ਆਏ, ਉਹਨਾਂ ਨੇ ਬਚਾ ਲਿਆ। ਕਹਿੰਦੇ ਬਸ ਫਿਰ ਜਦੋਂ ਭਾਈ ਮਰਦਾਨਾ ਜੀ ਉਸ ਤੱਤੇ ਕੜਾਹੇ ਦੇ ਵਿੱਚ ਪੈਣ ਲੱਗੇ, ਉਹਨਾਂ ਨੇ ਗੁਰੂ ਨੂੰ ਅਰਾਧਿਆ ਤੇ ਗੁਰੂ ਨੇ ਉਹਨਾਂ ਨੂੰ ਨਾਮ ਦਿੱਤਾ ਸੀ ਪਰਮੇਸ਼ਰ ਦਾ। ਤੇ ਜਦੋਂ ਭਾਈ ਮਰਦਾਨਾ ਜੀ ਨੇ 7 ਕਰਤਾਰ ਆਖ ਕੇ ਉਸ ਕੜਾਹੇ ਦੇ ਵਿੱਚ ਹੱਥ ਰੱਖਿਆ ਤੇ ਉਹ ਕੜਾਹਾ ਜਿਹੜਾ ਸ਼ੀਤਲ ਹੋ ਗਿਆ, ਠੰਡਾ ਹੋ ਗਿਆ। ਸੋ ਸਿੱਖੋ, ਇਹ ਨਰਕ ਸਵਰਗ ਹੈਗੇ ਹਨ, ਪਰ ਉਹਨਾਂ ਨੂੰ ਨਹੀਂ ਵਿਆਪਦੇ ਜਿਹੜੇ ਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ। ਜਦੋਂ ਭਾਈ ਮਰਦਾਨਾ ਜੀ ਨੇ ਵਾਹਿਗੁਰੂ ਕਹਿ ਕੇ ਹੱਥ ਤੇਲ ਦੇ ਕੜਾਹੇ 'ਚ ਪਾਇਆ ਤੇ ਉਹ
कड़ाया ठंडा हो गया, फिर सतगुरां ने बचन किया, तपत कड़ाहा बुझ गया, गुर सीतल नाम दियो। सो गुरसिखो, ये जिहड़ा परमेश्वर का वाहिगुरू का नाम है ना, जिहड़ा गुरु द्वारा जपदा है, ਉਹਦੇ ਸਾਰੇ ਕਰਮ ਨਾਸ਼ ਹੋ ਜਾਂਦੇ। ਉਹ ਫਿਰ ਨਰਕਾਂ ਦੇ ਕੜਾਹਿਆਂ 'ਚ ਨਹੀਂ ਤਪਾਇਆ ਜਾਂਦਾ, ਉਹ ਸਵਰਗਾਂ ਦੇ ਵਿੱਚ ਨਹੀਂ ਜਾਂਦਾ। ਉਹ ਗੁਰੂ ਗੁਰੂ ਜਪ ਕੇ ਆਪਣੀ ਵੀ ਕਲਿਆਣ ਕਰਦਾ ਹੈ, ਸੱਚਖੰਡ ਦਾ ਵਾਸੀ ਹੁੰਦਾ। ਉਹਦੀ ਪਾਪਾਂ ਦੀ ਨਿਵਰਤੀ ਹੁੰਦੀ ਹੈ, ਤ੍ਰਿਸ਼ਨਾ ਖਤਮ ਹੁੰਦੀ ਹੈ, ਜਿਹੜਾ ਗੁਰੂ ਦੁਆਰਾ ਬਖਸ਼ਿਸ਼ ਕੀਤੇ ਨਾਮ ਨੂੰ ਜਪਦਾ। ਤੇ ਜਿਹੜਾ ਗੁਰੂ ਦੁਆਰਾ ਬਖਸ਼ਿਸ਼ ਕੀਤੇ ਨਾਮ ਨੂੰ ਨਹੀਂ ਜਪਦਾ, ਉਹਦੀ ਕਲਿਆਣ ਨਹੀਂ ਹੁੰਦੀ। ਉਹ ਜਪਦਾ ਉਹਨੂੰ ਸੰਸਾਰੀ ਸੁੱਖ ਤੇ ਮਿਲ ਜਾਣਗੇ, ਪਰ ਦਰਗਾਹ ਦੇ ਸੁੱਖ ਉਹਨੂੰ ਨਹੀਂ ਮਿਲਣਗੇ। ਇਸ ਤਰ੍ਹਾਂ ਇਹਨਾਂ ਸਿੱਖਾਂ ਦੀ ਜਿਹੜੀ ਹੈ ਉਹ ਕਲਿਆਣ ਹੋਈ ਹੈ। ਫਿਰ ਭਾਈ ਸਾਈਂ ਦਾਸ ਜੜੀਆ, ਇਹ ਸਭ ਕੁੱਲ ਕੁਟੁੰਬ ਸਿੱਖਾਂ ਦੀ ਸੇਵਾ ਕਰਦੇ ਸੀ, ਸਾਰਾ ਪਰਿਵਾਰ ਹੀ, ਪਰਿਵਾਰ ਦੇ ਸਮੇਤ। ਗੁਰੂ ਅਰਜਨ ਸਾਹਿਬ ਦੇ ਹਜ਼ੂਰ ਆਣ ਕੇ ਇਹਨਾਂ ਬੇਨਤੀ ਕੀਤੀ ਹੈ, ਜੋ ਸ਼ਬਦ ਸੁਣਨੇ ਦੇ ਸਮੇਂ ਮੇਰਾ ਮਨ ਨਹੀਂ ਠਹਿਰਦਾ ਮਹਾਰਾਜ, ਤੇ ਤੁਹਾਡਾ ਬਚਨ ਆ ਕਿ ਮਨ ਇਕਾਗਰ ਕਰਕੇ ਸ਼ਬਦ ਪੜ੍ਹਨਾ ਸੁਣਨਾ। ਤੇ ਮਹਾਰਾਜ ਨੇ ਬਚਨ ਕੀਤਾ ਹੈ ਕਿ ਭਾਈ ਅੱਗੇ ਤਾਂ ਮਨ ਦੀ ਸਾਖੀ ਨਹੀਂ ਸੀ, ਮਨ ਚੱਲਦਾ ਸੀ, ਹੁਣ ਤੈਨੂੰ ਇਹ ਗੱਲ ਯਾਦ ਆ ਗਈ। ਅੱਗੇ ਤੈਨੂੰ ਪਤਾ ਹੀ ਨਹੀਂ ਸੀ ਮਨ ਹੈ ਕੀ, ਪਰ ਹੁਣ ਤੈਨੂੰ ਇੰਨਾ ਕੁ ਤੇ ਪਤਾ ਲੱਗ ਗਿਆ ਨਾ ਕਿ ਮੇਰਾ ਮਨ ਟਿਕਦਾ ਨਹੀਂ। ਕਹਿੰਦਾ ਹਾਂਜੀ ਮਹਾਰਾਜ, ਇੰਨਾ ਕੁ ਤੇ ਪਤਾ ਲੱਗਣ ਲੱਗ ਹੀ ਗਿਆ। ਮਹਾਰਾਜ ਕਹਿੰਦੇ ਜਦੋਂ ਤੈਨੂੰ ਪਤਾ ਹੀ ਨਹੀਂ ਸੀ ਕਿ ਮਨ ਕਿਵੇਂ ਟਿਕਣਾ ਹੈ, ਮਨ ਹੈ ਕੀ ਆ, ਤੇ ਜਦੋਂ ਤੂੰ ਵਿਕਾਰਾਂ 'ਚ ਲੱਗਾ ਰਹਿਣਾ ਸੀ, ਹੁਣ ਤੈਨੂੰ ਇੰਨਾ ਕੁ ਤੇ ਗਿਆਨ ਹੈਗਾ ਹੀ ਹੈ ਨਾ ਕਿ ਮਨ ਟਿਕਣਾ ਹੈ। ਤੇ ਕਹਿੰਦਾ ਹਾਂਜੀ ਮਹਾਰਾਜ, ਇੰਨਾ ਤੇ ਗਿਆਨ ਹੈਗਾ ਹੀ ਹੈ ਕਿ ਮਨ ਟਿਕਦਾ ਨਹੀਂ, ਮਨ ਇਕਾਗਰ ਨਹੀਂ ਹੁੰਦਾ। ਸਤਿਗੁਰ ਕਹਿੰਦੇ ਬਸ ਫਿਰ ਇਵੇਂ ਹੀ ਚੱਲ, ਮਨ ਜਦੋਂ ਨਾ ਟਿਕੇ ਉਦੋਂ ਸ਼ਬਦ ਦੀ ਵਿਚਾਰ ਕਰ, ਆਏ ਗਏ ਦੀ ਸੇਵਾ ਕਰ, ਸੰਗਤ ਵਿੱਚ ਬੈਠ, ਤੇ ਸੰਗਤ 'ਚੋਂ ਇਹ ਸੋਝੀ ਤੈਨੂੰ ਪ੍ਰਾਪਤ ਹੋਣੀ ਹੈ ਕਿ ਮਨ ਜਿਹੜਾ ਕਿਉਂ ਨਹੀਂ ਟਿਕਦਾ। ਸੰਗਤ ਵਿੱਚ ਜਾ, ਉੱਥੇ ਬੈਠ ਕੇ ਸ਼ਬਦ ਸੁਣ, ਕੀਰਤਨ ਸੁਣ, ਉਹਦੇ ਨਾਲ ਮਨ ਆਪਣੇ ਆਪ ਟਿਕਣਾ ਸ਼ੁਰੂ ਹੋ ਜਾਵੇਗਾ। ਸਤਿਗੁਰ ਕਹਿੰਦੇ ਜਿਵੇਂ ਘੋੜਾ ਅੜੀਅਲ ਹੋਵੇ, ਉਸ ਘੋੜੇ ਨੂੰ ਜਿੱਧਰ ਨੂੰ ਜਾਂਦਾ ਹੈ ਭਜਾ ਕੇ ਲੈ ਜਾਂਦਾ, ਪਰ ਜਦੋਂ ਅਸਵਾਰ ਉਹਦਾ ਚੰਗਾ ਹੋਵੇ ਨਾ, ਘੋੜੇ ਦਾ ਜਿਹੜੀ ਉਹਦੀ ਅਸਵਾਰੀ ਕਰਨ ਵਾਲਾ, ਘੋੜੇ ਦੀ ਸਵਾਰੀ ਕਰਨ ਵਾਲਾ ਜੇ ਚੰਗਾ ਹੋਵੇ, ਤੇ ਫਿਰ ਜਿਹੜਾ ਆ ਘੋੜਾ ਵੀ ਟਿਕ ਜਾਂਦਾ। ਘੋੜੇ ਨੂੰ ਵੀ ਇਹ ਗੱਲ ਪਤਾ ਲੱਗ ਜਾਂਦੀ ਕਿ ਭਾਈ ਮੈਂ ਹੋਰ ਪਾਸੇ ਜਾ ਰਿਹਾ, ਤੇ ਮੇਰੀ ਕਲਿਆਣ ਜਿਹੜੀ ਹੈ ਉਹ ਇਸ ਤਰ੍ਹਾਂ ਹੋਣੀ ਹੈ। ਸੋ ਇਸ ਤਰ੍ਹਾਂ ਇਸ ਸਿੱਖ ਦੀ ਜਿਹੜੀ ਹੈ ਕਲਿਆਣ ਹੋਈ। ਸੋ ਸਾਧ ਸੰਗਤ ਸਮਾਂ ਵਧੇਰੇ ਹੋ ਗਿਆ ਹੈ, ਇੱਕ ਸਿੱਖ ਦੀ ਵਿਚਾਰ, ਗੁਰੂ ਅਰਜਨ ਸਾਹਿਬ ਦੇ ਸਿੱਖ ਦੀ ਵਿਚਾਰ ਰਹਿ ਗਈ ਆ। ਉਪਰੰਤ ਜਿਹੜੀ ਹੈ ਗੁਰੂ ਵਾਹਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਦੀ ਵਿਚਾਰ ਸ਼ੁਰੂ ਹੋ ਜਾਣੀ ਹੈ। ਕੱਲ੍ਹ ਤੋਂ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਦੀ ਵਿਚਾਰ ਆਪਾਂ ਆਰੰਭ ਕਰਨੀ, ਇਸੇ ਹੀ ਪੌੜੀ ਤੋਂ। ਇਸੇ ਤਰ੍ਹਾਂ ਆਪ ਜੀ ਨੇ ਜੁੜਦੇ ਰਹਿਣਾ। ਸਾਧ ਸੰਗਤ ਜੋ ਸਤਿਗੁਰਾਂ ਦੇ ਹਜ਼ੂਰ ਸਿੱਖ ਆਉਂਦੇ, ਉਹਨਾਂ ਦੀ ਵਿਚਾਰ ਪਰਸੋਂ ਜਾਂ 1-2 ਦਿਨਾਂ ਤੱਕ ਆਪਾਂ ਸੰਪੂਰਨ ਕਰ ਲੈਣੀ ਹੈ। ਫਿਰ ਉਸ ਤੋਂ ਬਾਅਦ ਦੇਖਦੇ ਕੀ ਵਿਸ਼ਾ ਚਲਾਉਂਦੇ ਆ, ਫਿਰ ਉਸ ਹਿਸਾਬ ਦੇ ਨਾਲ ਆਪਾਂ ਕਲਾਸ ਦੇ ਵਿੱਚ ਆਪ ਜੀ ਨੇ ਇਸੇ ਤਰ੍ਹਾਂ ਹਾਜ਼ਰੀ ਭਰਦੇ ਰਹਿਣਾ। ਸੋ ਆਪ ਜੀ ਨੇ ਜੇ ਕੁਝ ਪੁੱਛਣਾ ਹੈ ਤੇ ਆਪਣਾ ਮਾਈਕ ਔਨ ਕਰਕੇ ਪੁੱਛ ਸਕਦੇ ਹੋ, ਫਿਰ ਆਪਾਂ ਸਮਾਪਤੀ ਕਰੀਏ। ਹਾਂਜੀ ਵਾਹਿਗੁਰੂ ਵਾਹਿਗੁਰੂ। ਠੀਕ ਹੈ ਸਾਧ ਸੰਗਤ ਜੀ, ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜਦੇ ਰਹਿਣਾ। ਸ਼ਾਮ ਦੀ ਸੰਥਿਆ ਦੀ ਕਲਾਸ ਵਿੱਚ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਵਿਚਾਰ ਸੰਥਿਆ ਆਰੰਭ ਹੋਣੀ ਹੈ। ਸੋ ਆਪ ਜੀ ਨੇ ਸਭ ਨੇ ਜੁੜ ਕੇ ਲਾਹਾ ਪ੍ਰਾਪਤ ਕਰਨਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।